ਮੰਨਿਆ ਹੈ ਕੋਈ ਬਦਲੀ ਧੁੱਪਾਂ ਰੋਕ ਵੀ ਲੈਂਦੀ ਹੈ, ਉਹ ਚਾਨਣ ਦੇ ਫੰਬਿਆਂ ਤਾਈਂ ਸੋਖ ਵੀ ਲੈਂਦੀ ਹੈ। ਪਰ ਨੂਰ ਦੇ ਜਾਏ ਕਰਨ ਗੁਲਾਮੀ ਗਿੱਝਦੇ ਨਹੀਂ ਹੁੰਦੇ, ਚਾਨਣ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ, ਚਾਨਣ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਸੋ ਦੋਸਤੋ, ਸਵਾਗਤ ਹੈ ਪ੍ਰੋਗਰਾਮ ਸਾਹਿਤ ਦੇ ਅੰਗ ਸੰਗ ਦੇ ਵਿੱਚ ਤੇ ਮੈਂ ਆ ਤੁਹਾਡਾ ਮੇਜ਼ਬਾਨ ਕਮਲਜੀਤ ਸਿੰਘ ਸਿੱਧੂ। ਪ੍ਰਵਾਨ ਕਰੋ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਦੋਸਤੋ, ਗੱਲ ਜਦੋਂ ਸਾਹਿਤ ਦੀ ਆਉਂਦੀ ਹੈ ਤਾਂ ਪੰਜਾਬੀ ਸਾਹਿਤ ਦੇ ਵਿੱਚ ਗੱਲ ਚਾਹੇ ਜੋਗੀ ਮਤ ਦੀ ਕਰ ਲਈਏ, ਜੋਗੀ ਸਾਹਿਤ ਦੀ ਕਰ ਲਈਏ, ਜਾਂ ਫਿਰ ਭਗਤੀ ਸਾਹਿਤ ਦੀ ਕਰ ਲਈਏ, ਇਸ ਤੋਂ ਬਾਅਦ ਧਾਰਮਿਕ ਸਾਹਿਤ ਦੀ ਕਰ ਲਈਏ, ਜਾਂ ਫਿਰ ਪੰਜਾਬੀ ਸਾਹਿਤ ਦੀਆਂ ਵੰਨਗੀਆਂ ਦੇ ਵਿੱਚ ਅਸੀਂ ਗੱਲ ਕਰ ਲਈਏ, ਚਾਹੇ ਕਵੀਆਂ ਦੀ ਗੱਲ ਕਰ ਲਈਏ, ਲੇਖਕਾਂ ਦੀ ਗੱਲ ਕਰ ਲਈਏ, ਕਹਾਣੀਆਂ ਦੀ ਗੱਲ ਕਰ ਲਈਏ, ਕਾਂਗੀ ਦੀ ਗੱਲ ਕਰ ਲਈਏ, ਨਾਟਕਾਂ ਦੀ ਗੱਲ ਕਰ ਲਈਏ, ਇਹ ਸਾਰੀਆਂ ਵੱਖ-ਵੱਖ ਸਾਹਿਤ ਦੀਆਂ ਸਿਨਫਾਂ ਨੇ। ਪਰ ਅੱਜ ਅਸੀਂ ਕਹਾਣੀ ਦੇ ਉੱਤੇ ਹੀ ਗੱਲ ਕਰਾਂਗੇ। ਅਤੇ ਕਹਾਣੀਆਂ ਬਾਰੇ ਮੈਂ ਅਕਸਰ ਕਹਿੰਦਾ ਹੁੰਦਾ ਹੈ ਕਿ ਜਿਸ ਤਰ੍ਹਾਂ ਸਾਡੇ ਕੋਲੇ ਪੰਜਾਬ ਦੇ ਵਿੱਚ ਬਹੁਤ ਸਾਰੇ ਨਾਮਵਰ ਕਹਾਣੀਕਾਰ ਹੋਏ ਆ। ਜੇ ਗੱਲ ਸੰਤ ਸਿੰਘ ਸੇਖੋਂ ਹੋਰਾਂ ਦੀ ਕਰ ਲਈਏ, ਜਾਂ ਨਾਨਕ ਸਿੰਘ ਹੋਰਾਂ ਦੀ ਕਰ ਲਈਏ, ਅੰਮ੍ਰਿਤਾ ਪ੍ਰੀਤਮ ਦੀ ਕਰ ਲਈਏ, ਕੁਲਵੰਤ ਸਿੰਘ ਵਿਰਕ ਹੋਰਾਂ ਦੀ ਕਰ ਲਈਏ, ਅਜੀਤ ਕੌਰ ਦੀ ਗੱਲ ਕਰ ਲਈਏ, ਦਲੀਪ ਕੌਰ ਟਿਵਾਣਾ ਦੀ ਗੱਲ ਕਰ ਲਈਏ, ਇਸੇ ਤਰ੍ਹਾਂ ਮੋਹਣ ਭੰਡਾਰੀ ਦੀ ਅਸੀਂ ਗੱਲ ਕਰ ਲਈਏ, ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਮ ਹੈ। ਅਤੇ ਨਵਿਆਂ ਦੇ ਵਿੱਚੋਂ ਜੋ ਅਸੀਂ ਪੜ੍ਹਦੇ ਆਏ, ਸਾਡੇ ਵੇਖਦਿਆਂ ਗੁਰਬਚਨ ਭੁੱਲਰ ਜੀ ਆ, ਵਰਿਆਮ ਸੰਧੂ ਜੀ ਆ, ਇੱਕ ਹੋਰ ਚਰਚਿਤ ਕਹਾਣੀਕਾਰ ਮਾਝੇ ਦੀ ਧਰਤੀ ਦੇ ਜਿਹੜੇ ਸਾਡੇ ਅੱਜ ਪ੍ਰੋਗਰਾਮ ਦੇ ਵਿੱਚ ਤਸ਼ਰੀਫ ਲੈ ਕੇ ਆਏ ਨੇ। ਜੀ ਹਾਂ, ਅੱਜ ਦੇ ਸਮਿਆਂ ਦੇ ਵਿੱਚ ਬੜਾ ਨਾਮ ਹੈ, ਉਹਨਾਂ ਦੀਆਂ ਕਹਾਣੀਆਂ ਨੂੰ ਅਕਸਰ ਲੋਕ ਯਾਦ ਕਰਦੇ ਰਹਿੰਦੇ ਹੈਗੇ ਆ। ਜੀ ਮੇਰੀ ਮੁਰਾਦ ਦੀਪ ਦਵਿੰਦਰ ਸਿੰਘ ਹੋਰਾਂ ਤੋਂ ਹੈ, ਜਿਹੜੇ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ। ਅਤੇ ਸਭ ਤੋਂ ਪਹਿਲਾਂ ਉਹਨਾਂ ਦੇ ਰੂਬਰੂ ਕਰਾਉਂਦਾ ਹੈ ਫਤਿਹ ਸਾਂਝ ਪਾਉਂਦੇ ਹਾਂ। ਦੀਪ ਦਵਿੰਦਰ ਜੀ, ਸਵਾਗਤ ਹੈ ਸਾਡੇ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੀਪ ਦਵਿੰਦਰ ਜੀ ਜਿਹੜੇ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਵੀ ਨੇ, ਅਤੇ ਇਹ ਸੇਵਾ ਨਾਲ ਦੀ ਨਾਲ ਜਿਹੜੀ ਹੈ ਨਿਭਾ ਰਹੇ ਨੇ। ਪਰ ਅੱਜ ਸਿਰਫ ਕਿਉਂਕਿ ਉਹਨਾਂ ਦੀ ਜਿਹੜੀ ਕਹਾਣੀ ਜਿਹੜੀ ਉਹ ਰਚਦੇ ਨੇ, ਉਹਦੇ ਬਾਰੇ ਹੀ ਗੱਲ ਅਸੀਂ ਕਰਾਂਗੇ। ਦਵਿੰਦਰ ਜੀ, ਮੈਂ ਦਵਿੰਦਰ ਜੀ ਦੇ ਨਾਂ ਨਾਲ ਹੀ ਸੰਬੋਧਨ ਕਰੂੰਗਾ ਤੁਹਾਨੂੰ। ਬਿਲਕੁਲ। ਕਿ ਇੱਕ ਵੇਲਾ ਹੁੰਦਾ ਸੀ ਬਚਪਨ ਦੇ ਵਿੱਚ ਕਿ ਸਾਡੀਆਂ ਜਿਹੜੀਆਂ ਨਾਨੀਆਂ, ਦਾਦੀਆਂ, ਮਾਵਾਂ, ਸਾਡੇ ਬਜ਼ੁਰਗ ਬਾਬੇ ਸਾਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀ, ਅਤੇ ਬੱਚੇ ਕਿਤੇ ਸਾਡੇ ਜਿਹੜੀ ਉਹ ਪੀੜ੍ਹੀ ਕਹਾਣੀਆਂ ਦੇ ਨਾਲ ਇਸ ਤਰੀਕੇ ਜੁੜਦੀ ਹੁੰਦੀ ਸੀ। ਅਤੇ ਫਿਰ ਵੇਲਾ ਉਹ ਵੀ ਆਇਆ ਕਿ ਜਦੋਂ ਸਾਨੂੰ ਚੰਗ ਸਕੂਲਾਂ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਸਾਂ ਜਾ ਕੇ ਲੱਗੀ, ਅਤੇ ਅਸੀਂ ਕਹਾਣੀਆਂ ਸਕੂਲਾਂ ਦੇ ਵਿੱਚ ਜਿਹੜੇ ਲੇਖਕਾਂ ਦੇ ਮੈਂ ਨਾਂ ਲਏ, ਇਹਨਾਂ 'ਚ ਕਈਆਂ ਲੇਖਕਾਂ ਨੂੰ ਅਸੀਂ ਪੜ੍ਹਿਆ। ਤੁਹਾਡੀ ਜਦੋਂ ਮੈਂ ਗੱਲ ਕਹਾਂ ਤਾਂ ਕਿਸ ਤਰੀਕੇ ਇਹ ਚਿਣਗ ਲੱਗੀ ਅਤੇ ਕਿਵੇਂ ਗੁੜਤੀ ਮਿਲੀ ਇਹ ਕਹਾਣੀ ਲਿਖਣ ਦੀ ਕਲਾ ਦੀ? ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਇਹਦੇ ਤੋਂ ਪਹਿਲਾਂ ਕਿ ਮੈਂ ਕਹਾਣੀ ਵਰਗੇ ਵਧੀਆ ਵਿਸ਼ੇ ਦੇ ਉੱਤੇ ਆਪਾਂ ਅੱਜ ਦੀ ਗੱਲਬਾਤ ਕਰੀਏ, ਜੀ, ਮੈਂ ਸਭ ਤੋਂ ਪਹਿਲਾਂ ਅੱਜ ਦੇ ਇਸ ਯੁੱਗ 'ਚ ਜਦੋਂ ਸਿੱਖ ਚੈਨਲ ਇੱਕ ਸਾਹਿਤ ਦੇ ਉੱਤੇ ਅਤੇ ਕਹਾਣੀ ਦੇ ਉੱਤੇ ਗੱਲ ਕਰਨ ਜਾ ਰਿਹਾ ਹੈ, ਅਤੇ ਮੈਂ ਬਹੁਤ ਧੰਨਵਾਦੀ ਹਾਂ, ਕਿਉਂਕਿ ਅਸੀਂ ਮੀਡੀਆ ਦੇ ਯੁੱਗ ਦੇ ਵਿੱਚ ਜਦੋਂ ਬਾਕੀ ਚੈਨਲਾਂ ਦੇ ਪ੍ਰੋਗਰਾਮ ਦੇਖਦੇ ਹਾਂ ਅਤੇ ਬਹੁਤ ਸਾਰੇ ਜਦੋਂ ਚਰਚਾਵਾਂ ਛਿੜਦੀਆਂ ਨੇ ਅਤੇ ਬੜੇ ਸੰਗ ਪਾੜ ਕੇ ਵੱਖਰੀ ਕਿਸਮ ਦੀ ਜਿਹੜੀ ਨੁਹਾਰ ਹੈ ਉਹ ਲੋਕਾਂ ਤੱਕ ਇੱਕ ਗੱਲ ਲੈ ਕੇ ਜਾਂਦੇ ਆ। ਪਰ ਸਿੱਖ ਚੈਨਲ ਦਾ ਇਸ ਗੱਲੋਂ ਧੰਨਵਾਦ ਕਰਨਾ ਬਣਦਾ ਹੈ ਕਿ ਉਹਨਾਂ ਨੇ ਜਿੱਥੇ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਆ, ਗੁਰੂਆਂ ਦੀ ਬਾਣੀ, ਗੁਰੂ ਸਾਹਿਬ ਦੀ ਬਾਣੀ ਦੀ ਗੱਲ ਕਰਦੇ ਆ, ਸਿੱਖ ਇਤਿਹਾਸ ਦੀ ਗੱਲ ਕਰਦੇ ਆ, ਸਾਹਿਤ ਦੀਆਂ ਹੋਰ ਵੰਨਗੀਆਂ ਦੀ ਗੱਲ ਕਰਦੇ ਆ, ਉੱਥੇ ਖਾਸ ਤੌਰ ਦੇ ਉੱਤੇ ਕਹਾਣੀ ਵਰਗੇ ਜਿਹੜੇ ਬਹੁਤ ਉਮਦਾ ਵਿਸ਼ਾ ਹੈ ਉਹਦੇ ਉੱਤੇ ਅੱਜ ਗੱਲ ਕਰਨ ਜਾ ਰਹੇ ਹਾਂ। ਮੈਂ ਸਭ ਤੋਂ ਪਹਿਲਾਂ ਇਹਦਾ ਧੰਨਵਾਦ ਕਰਾਂ। ਵੇਖੋ ਸਿੱਧੂ ਸਾਹਿਬ, ਅਸੀਂ ਜਿਸ ਖਿੱਤੇ ਦੇ ਵਸਨੀਕ ਹਾਂ ਜੀ, ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਕਿ ਜਦੋਂ ਕਦੀ ਮੇਲੇ ਮਸਾਦਿਆਂ 'ਚ, ਜੀ, ਕੋਈ ਧਾਰਮਿਕ ਇਕੱਠਾਂ ਦੇ ਵਿੱਚ ਕਦੀ ਢਾਡੀ ਜਦੋਂ ਢੱਡ ਸਾਨਗੀ 'ਤੇ ਗਾਉਂਦੇ ਆ, ਜੀ, ਉਹ ਆਪਣੀ ਜਦੋਂ ਵਾਰ ਖ਼ਤਮ ਕਰਕੇ ਹਟਦੇ ਆ ਅਤੇ ਸਾਂਝੇ ਸੂਤਰ 'ਚ ਦੋ ਲਾਈਨਾਂ ਬੋਲਦੇ ਜੀ, ਕਿ ਯਾਦ ਰਹਿੰਦੀਆਂ ਵੀ ਯੋਧਿਆ ਤੇਰੀਆਂ, ਜੀ, ਹਾਂ ਜੀ ਹਾਂ ਵਾਰਾਂ ਤੇਰੀਆਂ। ਵਾਰਾਂ ਤੇਰੀ ਵਾਰ। ਉਹ ਕਿਹੜੀਆਂ ਵਾਰਾਂ ਨੇ? ਜੀ, ਉਹ ਕਿਹੜੀਆਂ ਕਥਾ ਕਹਾਣੀਆਂ ਨੇ ਜੀ, ਜਿਹੜੀਆਂ ਸਦੀਆਂ ਤੋਂ ਸਾਡੇ ਪਿਓ, ਦਾਦੇ, ਪੜਦਾਦੇ, ਸਾਡੀਆਂ ਵੱਡੀਆਂ ਬਜ਼ੁਰਗ ਮਾਵਾਂ ਪੀੜ੍ਹੀ ਦਰ ਪੀੜ੍ਹੀ ਇੱਕ ਦੂਜੀ ਨੂੰ ਸੁਣਾਉਂਦੀਆਂ ਰਹੀਆਂ। ਜੀ, ਅਤੇ ਉਹ ਅੱਜ ਤੱਕ ਉਹਨਾਂ ਕਹਾਣੀਆਂ ਦੀ ਜਿਹੜੀ ਬੋਲ ਚਾਲ ਦੀ ਭਾਸ਼ਾ ਹੈ, ਜਿਹੜੀ ਸੁਣਨ ਦੀ ਤੀਬਰਤਾ ਹੈ, ਜੀ, ਜੀ, ਉਹ ਅੱਜ ਤੱਕ ਕਾਇਮ ਹੈ। ਜੀ, ਮੈਂ ਕਈ ਵਾਰ ਇਹ ਸੋਚਦਾ ਹੁੰਦਾ ਕਿ ਪਤਾ ਨਹੀਂ ਮਨੁੱਖ ਨੇ ਪਹਿਲਾਂ ਜਨਮ ਲਿਆ ਜਾਂ ਕਹਾਣੀ ਨੇ ਪਹਿਲਾਂ ਜਨਮ ਲਿਆ। ਜੀ, ਬਿਲਕੁਲ। ਮਨੁੱਖ ਦੀ ਉਤਪਤੀ ਦੇ ਨਾਲ ਹੀ ਇਹ ਕਹਾਣੀ
ਬੰਦੇ ਦੇ ਨਾਲ ਚੱਲਦੀ ਹੈ, ਨਾਲ ਚੱਲਦੀ ਹੈ, ਜਿਹੜੀ ਆਪਾਂ ਕਿਸੇ ਨਾ ਕਿਸੇ ਜ਼ਰੀਏ ਜਿਹੜੀ ਹੈ ਉਹ ਕਹਾਣੀ ਦੀ ਗੱਲ ਜਿਹੜੀ ਹੈ ਉਹ ਕਰਦੇ ਰਹਿੰਦੇ। ਜੀ ਜੀ ਬਿਲਕੁਲ। ਹੁਣ ਜਿਹੜੀ ਗੱਲ ਤੁਹਾਡੇ ਵੱਲੋਂ ਮੈਨੂੰ ਨਿੱਜੀ ਤੌਰ ਤੇ ਪੁੱਛੀ ਗਈ ਹੈ ਕਿ ਕਹਾਣੀ ਦੀ ਚਿੰਨ੍ਹ ਕਿਵੇਂ ਲੱਗੀ ਹੈ, ਜੀ ਮੈਨੂੰ ਚੇਤੇ ਹੈ ਕਿ ਜਦੋਂ ਮੈਂ ਬਹੁਤ ਛੋਟਾ ਸਾਂ, ਜੀ ਮਹਿਜ ਤੀਜੀ ਚੌਥੀ ਜਮਾਤ ਦੇ ਬੱਚੇ ਜਦੋਂ ਆਪਾਂ ਪ੍ਰਾਇਮਰੀ ਸਕੂਲਾਂ 'ਚ ਪੜ੍ਹਨ ਜਾਂਦੇ ਹਾਂ ਉਹਨਾਂ ਵੇਲਿਆਂ 'ਚ, ਜੀ ਜੀ ਤੇ ਸਾਡੇ ਘਰ ਜਸਵੰਤ ਸਿੰਘ ਕੰਵਲ ਹੋਰਾਂ ਦਾ ਇੱਕ ਨਾਵਲ ਹੁੰਦਾ ਸੀ, ਜੀ ਹੁਨਰ ਦੀ ਜਿੱਤ। ਜੀ ਤੇ ਮੈਨੂੰ ਯਾਦ ਹੈ ਕਿ ਸਾਡੀ ਮਾਂ ਨੇ ਬਹੁਤ ਵਾਰ ਸਾਡੀ ਦਾਦੀ ਦੇ ਲਾਗੇ ਬੈਠਿਆਂ ਉਹ ਨਾਵਲ ਨੂੰ ਕਿਸੇ ਜਨਮ ਸਾਖੀ ਵਾਂਗ ਪੜ੍ਹ ਕੇ ਸੁਣਾਉਣਾ। ਜੀ ਜਦੋਂ ਵੱਡਾ ਹੋ ਕੇ ਉਹ ਨਾਵਲ ਮੈਂ ਆਪ ਪੜ੍ਹਿਆ ਤੇ ਮੈਨੂੰ ਐਂ ਲੱਗੇ ਕਿ ਜਿਹੜੇ ਇਹਦੇ ਪਾਤਰ ਨੇ, ਜੀ ਇਹਦੇ ਨਿੱਕੇ ਹੁੰਦੇ ਅਸੀਂ ਇਕੱਠੇ ਖੇਡਦੇ ਰਹੇ ਆ ਇਹਨਾਂ ਦੇ ਨਾਲ, ਜੀ ਜੀ ਪਾਤਰਾਂ ਨਾਲ ਇੱਕ ਸਾਂਝ ਬਣਦੀ ਹੈ। ਇਹ ਸਭ ਤੋਂ ਪਹਿਲਾਂ ਮੈਂ ਮੰਨਦਾ ਇਸ ਗੱਲ ਨੂੰ ਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੀ ਅਗਲੀ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਲਈ ਸਭ ਤੋਂ ਪਹਿਲਾ ਜਿਹੜਾ ਰਸਤਾ ਹੈ ਉਹ ਸਾਡੇ ਘਰ ਤੋਂ ਬਣਦਾ ਕਿ ਸਾਡੇ ਮਾਪੇ ਜਿਹੜੇ ਆ ਉਹ ਸਾਨੂੰ ਸਾਹਿਤ ਦੇ ਨਾਲ, ਆਪਣੀ ਭਾਸ਼ਾ ਦੇ ਨਾਲ ਤੇ ਆਪਣੇ ਵੱਡਿਆਂ ਦੀ ਇੱਜ਼ਤ ਕਰਨ ਦੇ ਨਾਲ ਜਿਹੜੇ ਆ ਉਹ ਘਰਾਂ ਤੋਂ ਸਾਨੂੰ ਸਿੱਖਿਆ ਮਿਲਦੀ। ਬਿਲਕੁਲ। ਕਹਾਣੀਆਂ ਦੀ ਗੱਲ ਕਰ ਲਈਏ ਤੇ ਮੈਨੂੰ ਪਤਾ ਲੱਗਾ ਕਿ ਤੁਹਾਡਾ ਜਿਹੜਾ ਸ਼ੋਭਾ ਆ ਉਹ ਠੇਕੇਦਾਰੀ ਹੈ, ਤਾਂ ਠੇਕੇਦਾਰੀ ਵਰਗੇ ਇੱਕ ਰੁਝੇਵਿਆਂ ਭਰੇ ਇਸ ਕਿਰਤ ਦੇ ਨਾਲ ਕਿਸ ਤਰੀਕੇ ਕਹਾਣੀਆਂ ਲਿਖਣ ਨੂੰ ਟਾਈਮ ਦਿੰਦੇ ਹੋ ਤੇ ਕਿਸ ਤਰੀਕੇ ਇਹ ਟਾਈਮ ਨਿਕਲਦਾ ਆ ਔਰ ਤੁਸੀਂ ਲਿਖਣ ਵਾਲੇ ਪਾਸੇ ਮੂਡ ਬਣਾਉਣੇ ਵੀ ਅੱਜ ਬਹਿ ਕੇ ਲਿਖੂੰਗਾ? ਸਿੱਧੂ ਸਾਹਿਬ, ਮੈਨੂੰ ਬਾਬੇ ਨਜ਼ਮੀ ਹੋਰਾਂ ਦੀਆਂ ਦੋ ਲਾਈਨਾਂ ਯਾਦ ਆਈਆਂ ਜੀ। ਉਹ ਕਹਿੰਦੇ ਆ ਕਿ ਮੰਜ਼ਿਲ ਦੇ ਮੱਥੇ ਦੇ ਉੱਤੇ ਜੀ ਹੈ ਤਖਤੀ ਲੱਗਦੀ ਉਹਨਾਂ ਦੀ, ਜੀ ਘਰੋਂ ਬਣਾ ਕੇ ਤੁਰਦੇ ਜਿਹੜੇ ਨਕਸ਼ਾ ਆਪਣੇ ਸਫ਼ਰਾਂ ਦਾ। ਵਾਹ ਜੀ ਵਾਹ, ਸਹੀ ਹੈ। ਮੈਂ ਕਦੀ ਵੀ ਲੋਕ ਲਕਾ ਨਹੀਂ ਇਸ ਗੱਲ ਨਹੀਂ ਰੱਖਦਾ ਜੀ ਕਿ ਮੈਂ ਕਾਲਜ ਯੂਨੀਵਰਸਿਟੀਆਂ ਦੀ ਉਪਜ ਨਹੀਂ ਹੈ। ਜੀ ਜਿਨ੍ਹਾਂ ਵੇਲਿਆਂ 'ਚ ਮੇਰੀ ਉਮਰ ਕਾਲਜ ਜਾਂ ਕਿਸੇ ਯੂਨੀਵਰਸਿਟੀ ਅੰਦਰ ਜਾਣ ਦੀ ਸੀ, ਜੀ ਮੈਂ ਉਹਨਾਂ ਵੇਲਿਆਂ 'ਚ ਜਦੋਂ ਕਾਲਜ ਦੇ ਗੇਟ ਅੱਗੋਂ ਦੀ ਕਿਤੇ ਦਿਹਾੜੀ ਲਾਉਣ ਲਈ ਜਾਂਦਿਆਂ ਲੰਘਦਾ ਸੀ ਤੇ ਇੱਕ ਤਰਸਦਾ ਹੁੰਦਾ ਸੀ ਕਿ ਇਹਦੇ ਅੰਦਰ ਜੀ ਜਿਹੜੇ ਬੱਚੇ ਪੜ੍ਹਦੇ ਆ ਜੀ ਇਹ ਕਿਸੇ ਖਾਸ ਮਾਂ-ਬਾਪ ਦੇ ਕੋਈ ਖਾਸ ਬੱਚੇ ਨੇ। ਜੀ ਇੱਕ ਬੜੇ ਵੇਲੇ ਦੇ ਨਾਲ ਘਰ ਦੀਆਂ ਲੋੜਾਂ ਦੇ ਮੁਤਾਬਕ ਤੰਗੀਆਂ ਤੁਰਸ਼ੀਆਂ ਨੂੰ ਮੱਦੇ ਨਜ਼ਰ ਰੱਖਦਿਆਂ ਮੈਂ ਬੜੇ ਛੋਟੀ ਉਮਰੇ ਆਪਣੇ ਬਾਪ ਦੇ ਨਾਲ ਇੱਕ ਇਸ ਕਿਰਤੀ ਜੀਵਨ ਨੂੰ ਅਪਣਾਇਆ। ਮੇਰੇ ਉਹਨਾਂ ਨੇ ਬੜੇ ਵੇਲੇ ਨਾਲ ਮੇਰੇ ਬਾਪ ਨੇ ਹੱਥ ਸਿੱਧੇ ਕੀਤੇ ਤੇ ਮੈਂ ਹਮੇਸ਼ਾ ਪਹਿਲਾ ऋणी ਆਪਣੇ ਬਾਪ ਦਾ ਇਸ ਗੱਲੋਂ ਰਹਿਣਾ ਕਿ ਬਹੁਤ ਵਕਤ ਦੇ ਨਾਲ ਉਹਨੇ ਮੈਨੂੰ ਰੋਜੀ ਰੋਟੀ ਕਮਾਉਣ ਜੋਗਾ ਜਿੱਥੇ ਢੰਗ ਦੱਸਿਆ, ਉੱਥੇ ਸਭ ਤੋਂ ਵੱਡੀ ਗੱਲ ਕਿ ਇਹਨਾਂ ਨੇ ਸਾਨੂੰ ਇੱਕ ਵਧੀਆ ਇਨਸਾਨ ਬਣਨ ਦਾ ਕਿ ਹੱਥੀਂ ਕਿਰਤ ਕਰਕੇ ਜਿਹੜੀ ਤੁਸੀਂ ਜੀਵਨ ਸ਼ੈਲੀ ਬਸ਼ਰ ਕਰਦੇ ਹੋ ਉਹਦੇ ਨਾਲ ਦਾ ਸੁੱਖ ਆਨੰਦ ਜਿਹੜਾ ਉਹ ਤੁਹਾਨੂੰ ਕਿਤੇ ਨਹੀਂ ਲੱਭਣਾ। ਦਵਿੰਦਰ ਜੀ, ਕਹਾਣੀਆਂ ਦੇ ਪਾਤਰਾਂ ਦੀ, ਤੁਹਾਡੀਆਂ ਕਹਾਣੀਆਂ ਦੇ ਪਾਤਰਾਂ ਦੀ ਜੇ ਆਪਾਂ ਗੱਲ ਕਰੀਏ ਤੇ ਕਿਸ ਤਰੀਕੇ ਦੇ ਉਹ ਪਾਤਰ ਨੇ ਤੇ ਕਿਸ ਤਰੀਕੇ ਉਹਨੂੰ ਤੁਸੀਂ ਸਿਰਜਣਾ ਉਹਨਾਂ ਦੀ ਕਰਦੇ ਹੋ ਕਿ ਤੁਰਦਿਆਂ ਫਿਰਦਿਆਂ ਆਲੇ ਦੁਆਲੇ ਜਦੋਂ ਤੁਸੀਂ ਪਿੰਡ ਸ਼ਹਿਰ ਕਿਤੇ ਵੀ ਆਉਣੇ ਜਾਂਦੇ ਹੋ ਕਿ ਉੱਥੇ ਜਾ ਕੇ ਉਹ ਪਾਤਰ ਮਿਲਦੇ ਜਾਂ ਕਿ ਇਹ ਆ ਵੀ ਸਿਰਜ ਲੈਂਦੇ ਹੋ ਬਹਿ ਕੇ ਕਲਪਨਾ ਦੇ ਵਿੱਚੋਂ? ਵੇਖੋ ਸਿੱਧੂ ਸਾਹਿਬ, ਮੈਂ ਬਹੁਤ ਘੜੇ ਘੜਾਏ ਜਵਾਬ ਕਦੀ ਨਹੀਂ ਦਿੰਦਾ ਇਸ ਗੱਲ ਲਈ। ਜੀ ਜੀ। ਕਿਉਂਕਿ ਮਿੱਥ ਕੇ ਸਾਹਿਤ ਵਰਗੇ ਖੇਤਰ 'ਚ ਤੇ ਖਾਸ ਕਰਕੇ ਕਹਾਣੀ ਵਰਗੀ ਸਿਨਫ ਦੇ ਵਿੱਚ ਜੀ ਜੀ ਮਿੱਥ ਕੇ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ। ਨਹੀਂ ਹੁੰਦਾ ਜੀ। ਬਹੁਤ ਵਾਰੀ ਅਸੀਂ ਕੁਝ ਹੋਰ ਸੋਚ ਕੇ ਉਸ ਕਥਾ ਨੂੰ ਸ਼ੁਰੂ ਕਰਦੇ ਹਾਂ ਜੀ, ਪਰ ਉਹ ਲਿਖਦਿਆਂ ਉਹਨਾਂ ਪਾਤਰਾਂ ਦੇ ਹਾਵ ਭਾਵ, ਉਹਨਾਂ ਦੀ ਰਹਿਣੀ ਸਹਿਣੀ, ਉਹਨਾਂ ਦਾ ਆਲਾ ਦੁਆਲਾ ਤੁਹਾਨੂੰ ਕਈ ਕੁਝ ਕਰਨ ਲਈ ਮਜਬੂਰ ਕਰ ਦਿੰਦਾ ਜੀ। ਮੈਂ ਜਿਸ ਸ਼ੋਬੇ ਨਾਲ ਜੁੜਿਆ ਜੀ, ਸਾਡੇ ਬਹੁਤ ਲੋਕਾਂ ਨਾਲ ਵਾਹ ਵਾਸਤਾ ਰਹਿੰਦਾ ਜੀ। ਮੈਨੂੰ ਯਾਦ ਹੈ ਕਿ ਇੱਕ ਦਿਨ ਜਦੋਂ ਮੈਂ ਆਪਣੀ ਕਹਾਣੀ ਗੰਢਾਂ ਦੀ ਸਿਰਜਣ ਪ੍ਰਕਿਰਿਆ ਦੇ ਆਰ 'ਚ ਸਾਂ ਜੀ ਤੇ ਦੁਪਹਿਰ ਦੇ ਵੇਲੇ ਜਦੋਂ ਸਾਡੇ ਕਾਮੇ ਜਿਹੜੇ ਆ ਉਹ ਛੁੱਟੀ ਕਰਕੇ ਕੋਈ ਖਾਣਾ ਖੁਣਾ ਖਾ ਰਹੇ ਆ ਤੇ ਮੈਂ ਵੀ ਕੰਧ ਵੱਲ ਮੂੰਹ ਕਰਕੇ ਤੇ ਕੋਈ ਆਪਣੀ ਤਿਆਰੀ 'ਚ ਮਗਨ ਸਾਂ। ਮੈਂ ਉਹਨਾਂ ਦੀਆਂ ਗੱਲਾਂ ਮੇਰੇ ਕੰਨੀ ਪਈਆਂ। ਜੀ। ਜਿਹੜਾ ਮਜ਼ਦੂਰ ਸਾਡੇ ਕੋਲ ਕੰਮ ਕਰਦਾ ਸੀ ਉਹ ਸ਼ਹਿਰ ਨੇੜਲੇ ਕਿਸੇ ਪਿੰਡ ਦੇ ਜ਼ਿਮੀਂਦਾਰਾਂ ਦਾ ਲੜਕਾ ਸੀ ਜੀ। ਤੇ ਜਿਹੜਾ ਮਿਸਤਰੀ ਜਿਹਦੇ ਪਿੱਛੇ ਉਹ ਦਿਹਾੜੀ ਕਰਦਾ ਸੀ, ਅੱਛਾ, ਉਹ ਉਸੇ ਪਿੰਡ ਦੇ ਮਜਬੀ ਸਿੰਘਾਂ ਦਾ ਲੜਕਾ ਹੈ। ਅੱਛਾ। ਹੁਣ ਦੋਵੇਂ ਬੈਠੇ ਆਪਣੀਆਂ ਗੱਲਾਂ ਕਰ ਰਹੇ ਆ। ਮਿਸਤਰੀ ਕਹਿੰਦਾ ਕਿ ਰੂਪਾ ਕੋਈ ਗੱਲ ਸੁਣਾ, ਤੇ ਰੂਪਾ ਕੋ ਅਨਮਨੇ ਜੇ ਮਨ ਨਾਲ ਕਹਿੰਦਾ ਵੀ ਮਿਸਤਰੀ ਤੁਸੀਂ ਚੰਗੇ ਹੋ ਸਾਡੇ ਨਾਲ,
ਕੰਮ ਤੇ ਦਿਹਾੜੀ ਤੂੰ ਮੇਰੇ ਨਾਲੋਂ ਬਹੁਤੀ ਲੈਣਾ। ਜੀ ਸਰਕਾਰ ਨੇ ਤੇਰਾ ਨੀਲਾ ਕਾਰਡ ਵੀ ਬਣਾਇਆ। ਅਸੀਂ ਜਿਹੜੀ ਕੋਈ ਜ਼ਮੀਨ ਸੀਗੀ ਉਹ ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਨਾਲ, ਕਿਤੇ ਪਿਓ ਦਾਦੇ ਵੱਲੋਂ ਚੜੇ ਕਰਜ਼ੇ ਦੇ ਵਿੱਚ, ਵਿਆਹੀਆਂ ਭੈਣਾਂ ਦੇ ਕਰਕੇ ਉਹ ਜਿਹੜੀ ਥੋੜ੍ਹੀ ਬਹੁਤੀ ਸੀ ਉਹ ਵਿਕ ਬਕਾ ਗਈ ਹੈ। ਦਿਹਾੜੀ ਲਾਉਂਦੇ ਆ, ਜਿਹੜੀਆਂ ਕੋਈ ਸਹੂਲਤਾਂ ਵਾ ਉਹ ਸਰਕਾਰਾਂ ਤੋਂ ਸਾਨੂੰ ਮਿਲਦੀਆਂ ਨਹੀਂ, ਕਿਉਂਕਿ ਸਾਡੀਆਂ ਜਾਤਾਂ ਉੱਚੀਆਂ ਨੇ। ਜੀ ਮੈਨੂੰ ਐਂ ਲੱਗਿਆ ਕਿ ਬੰਦਾ ਸਾਰੀ ਉਮਰ ਆਪਣੀ ਆਰਥਿਕਤਾ ਨਾਲ ਜੂਝਦਾ ਹੈ। ਜੂਝਦਾ ਰਹਿੰਦਾ ਸੀ, ਬਿਲਕੁਲ। ਤੇ ਉਸ ਕਹਾਣੀ ਦੇ ਵਿੱਚ ਜਦੋਂ ਮੈਂ ਉਹ ਕਹਾਣੀ ਲਿਖਦਾ ਤੇ ਉਹ ਦੋਵੇਂ ਮੁੰਡੇ ਹਰ ਵਾਰੀ ਮੇਰੇ ਸਾਹਮਣੇ ਆਣ ਕੇ ਖਲੋ ਦਿੰਦੇ ਆ ਜੀ। ਕਿ ਬਰਾਦਰੀ ਨਾਲੋਂ ਬਹੁਤਾ ਜੀ। ਸਾਡੀ ਜਿਹੜੀ ਆਰਥਿਕਤਾ ਵਾ ਹਾਂ। ਉਹ ਬੰਦੇ ਦੇ ਲਈ ਹਰ ਵੇਲੇ ਇੱਕ ਕੁਝ ਨਾ ਕੁਝ ਨਵੀਂ ਕਿਸਮ ਦੀ ਜਿਹੜੀ ਸਮੱਸਿਆ ਵਾ ਉਹ ਪੈਦਾ ਕਰਕੇ ਉਹ ਰੱਖਦੀ। ਪੈਦਾ ਕਰਕੇ ਰੱਖਦੀ। ਇਹ ਸਾਡੀਆਂ ਕਹਾਣੀਆਂ ਦੇ ਉਹ ਵਿਸ਼ੇ ਨੇ ਜਿਹੜੀਆਂ ਬੰਦੇ ਨੂੰ ਧੁਰ ਅੰਦਰੋਂ ਟੁੰਬਦੀਆਂ ਵੀ ਨੇ, ਜੀ ਜੀ ਉਹਨੂੰ ਕੁਝ ਨਵਾਂ ਕਰਨ ਲਈ ਪ੍ਰੇਰਿਤ ਵੀ ਕਰਦੀਆਂ ਨੇ, ਜੀ। ਤੇ ਉਹਨੂੰ ਚੱਲਦੇ ਰਹਿਣ ਲਈ ਜਿਹੜੀਆਂ ਉਤਸ਼ਾਹਿਤ ਵੀ ਕਰਦੀਆਂ। ਜੀ ਜੀ। ਤੇ ਤੁਹਾਡੀ ਜਿਹੜੀ ਕਹਾਣੀਆਂ ਆ ਉਹ ਸਾਰਿਆਂ ਦਾ ਜਿਹੜਾ ਆਪਾਂ ਅੰਤ ਦੀ ਗੱਲ ਕਰ ਲਈਏ, ਉਹ ਦੁਖਾਂਤਕ ਅੰਤ ਹੈ, ਨਿਰਾਸ਼ਾਵਾਦੀ ਹੈ, ਜਾਂ ਉਹਦੇ ਵਿੱਚ ਕੋਈ ਆਸ਼ਾਵਾਦੀ ਹੈਗਾ? ਕੀ ਪੱਖ ਨੇ ਉਹ? ਬਹੁਤ ਚਿਰ ਪਹਿਲਾਂ ਜਦੋਂ ਮੀਡੀਆ ਬਹੁਤ ਪ੍ਰਚਲਿਤ ਨਹੀਂ ਸੀ ਜੀ ਜੀ ਤੇ ਸਾਡੇ ਮਨੋਰੰਜਨ ਦੇ ਦੋ ਸਾਧਨ ਸੀ। ਜੀ ਜਦੋਂ ਸ਼ਾਮਾਂ ਨੂੰ ਟੈਲੀਵਿਜ਼ਨ ਲਾਈਦਾ ਸੀ ਤੇ ਜਾਂ ਸਾਡਾ ਜਲੰਧਰ ਰੇਡੀਓ ਚੱਲਦਾ ਸੀ ਤੇ ਜਾਂ ਪਾਕਿਸਤਾਨ ਦਾ ਜਿਹੜਾ ਟੈਲੀਵਿਜ਼ਨ ਸੀ ਉਹ ਚੱਲਦਾ। ਇਹ ਦੋਵੇਂ ਟੈਲੀਵਿਜ਼ਨ ਆਮ ਪਿੰਡਾਂ 'ਚ ਵੇਖੇ ਜਾਂਦੇ ਸੀ। ਜੀ ਤੁਸੀਂ ਵੀ ਉਸੇ ਦੌਰ ਦੇ, ਕਿਉਂਕਿ ਅਸੀਂ ਹਮ ਉਮਰ ਹੈ। ਜੀ ਜੀ। ਉੱਥੇ ਇੱਕ ਤਾਰਕ ਅਜ਼ੀਜ਼ ਦਾ ਸ਼ੋਅ ਹੁੰਦਾ ਸੀ ਹਰ ਵੀਰਵਾਰ, ਨਿਲਾਮ ਘਰ। ਬਹੁਤ ਵਧੀਆ। ਹਾਂਜੀ। ਨਿਲਾਮ ਘਰ 'ਚ ਇੱਕ ਸ਼ੋਅ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਕਿ ਉਹਦੇ 'ਚ ਇੱਕ ਜੋੜਾ ਆਇਆ ਹੈ ਦੁਬਈ ਤੋਂ, ਜੀ ਤੇ ਜਿਹੜਾ ਉਹ ਆਦਮੀ ਹੈ ਉਹ ਵੀਲ ਚੇਅਰ ਤੇ ਬੈਠਾ ਹੈ, ਜੀ ਤੇ ਉਹਦੀ ਔਰਤ ਪੜ੍ਹੀ ਲਿਖੀ ਹੈ, ਤੇ ਉਹ ਵੀਲ ਚੇਅਰ ਨੂੰ ਰੇੜ ਕੇ ਤੇ ਸਟੂਡੀਓ ਦੇ ਵਿੱਚ ਉੱਥੇ ਤਾਰਕ ਅਜ਼ੀਜ਼ ਦੇ ਸਾਹਮਣੇ ਲੈ ਕੇ, ਉਹ ਦੁਨੀਆ ਦਾ ਵੱਡਾ ਐਂਕਰ ਜਿਹਦੇ ਸਾਹਮਣੇ ਬਹੁਤ ਸਾਰੇ ਲੋਕ ਜਿਹੜੇ ਨਿਰਉੱਤਰ ਹੋ ਜਾਂਦੇ ਸੀ, ਉਹ ਸਵਾਲ ਕਰਦਾ ਉਸ ਔਰਤ ਤੇ। ਕਹਿੰਦਾ ਹੈ ਕਿ ਬੀਬੀ, ਜਦੋਂ ਤੇਰਾ ਪਤੀ ਵੀਲ ਚੇਅਰ ਦੇ ਉੱਤੇ ਬੈਠਾ ਹੈ ਤੇ ਤੈਨੂੰ ਇਹ ਵੀ ਪਤਾ ਹੈ ਕਿ ਇਹਨੇ ਉਮਰ ਭਰ ਇਹਦੀ ਬਹਿਣ ਵਾਲੀ ਜਗ੍ਹਾ ਇਹੀ ਹੈ, ਜਦੋਂ ਤੂੰ ਇਹਦੇ ਨਾਲ ਵਿਆਹ ਬੰਧਨ ਵਿੱਚ ਬੱਝੀ ਸਾਂ, ਮਨ 'ਚ ਕੀ ਸੋਚਿਆ? ਉਹ ਔਰਤ ਨੇ ਬਗੈਰ ਕਿਸੇ ਆਪਣੇ ਚਿਹਰੇ ਦੇ ਉੱਤੋਂ ਹਾਵ ਭਾਵ ਬਦਲਦਿਆਂ ਬੜੇ ਹਲੀਮੀ ਜੀ ਦੇ ਨਾਲ ਕਿਹਾ ਕਿ ਤਾਰਕ ਭਾ, ਜਦੋਂ ਤੂੰ ਸ਼ੋਅ ਖਤਮ ਕਰਕੇ ਘਰ ਨੂੰ ਜਾਣਾ, ਰੱਬ ਨਾ ਕਰੇ ਕੋਈ ਰਾਹ 'ਚ ਵੀ ਨਬੀ ਹੋ ਜੇ, ਘਰ ਦੀ ਛੱਡ ਕੇ ਤੇ ਨਹੀਂ ਜਾਊ ਤੈਨੂੰ। ਬਿਲਕੁਲ ਸੱਚੀ ਗੱਲ। ਸਾਡੀ ਕੀ ਗਰੰਟੀ ਹੈ? ਮੈਨੂੰ ਐਂ ਲੱਗਦਾ ਹੁੰਦਾ ਹੈ ਕਿ ਚਾਹੇ ਤੁਹਾਡੀ ਮੁਸੀਬਤ ਮੁਸ਼ਕਲ ਕਿਹੋ ਜਿਹੀ ਵੀ ਹੋਵੇ, ਚਾਹੇ ਉਹ ਕਹਾਣੀ 'ਚ ਹੋਵੇ, ਚਾਹੇ ਉਹ ਕਵਿਤਾ 'ਚ ਹੋਵੇ, ਚਾਹੇ ਸਾਹਿਤ ਦੀ ਕਿਸੇ ਸਿਨਫ 'ਚ ਹੋਵੇ, ਜਾਂ ਸਾਡੇ ਆਮ ਜਨ ਜੀਵਨ 'ਚ, ਜੀ ਜੀ ਉਹਦਾ ਅੰਤ ਜਿਹੜਾ ਹੈ ਜੀ ਕਿਸੇ ਲੋਕ ਗੀਤ ਦੀ ਧੁਨ ਵਰਗਾ ਹੋਵੇ, ਬਿਲਕੁਲ। ਕਿਸੇ ਚੜ੍ਹਦੇ ਸਵੇਰ ਦੀ ਲਾਲੀ ਵਰਗਾ ਹੋਵੇ, ਜੀ ਕਿਸੇ ਹਰੇ ਹਰੇ ਘਾਹ ਦੀਆਂ ਸਵੇਰ ਦੀਆਂ ਤਾਜ਼ੀਆਂ ਤਰੇਲ ਦੇ ਤੁਪਕਿਆਂ ਵਰਗਾ ਹੋਵੇ, ਕਿ ਪੜ੍ਹਨ ਵਾਲਾ ਜਦੋਂ ਅੰਤ ਤੇ ਜਾਵੇ ਇੱਕ ਸ਼ਾਂਤੀ ਦਾ ਨੂਰ ਉਹਦੇ ਚਿਹਰੇ ਦੇ ਉੱਤੇ, ਰੂਹ ਸ਼ਰਸ਼ਾਰ ਹੋ ਜਾਏ। ਬਿਲਕੁਲ। ਮਿੰਨੀ ਕਹਾਣੀ ਤੇ ਵੱਡੀਆਂ ਕਹਾਣੀਆਂ ਦੀ ਮੈਂ ਅਗਰ ਜ਼ਿਕਰ ਕਰਾਂ, ਤੁਸੀਂ ਦੋਨੇ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ, ਤੇ ਚਰਚਿਤ ਕਹਾਣੀਆਂ ਦੀ ਜ਼ਿਕਰ ਵੀ ਜ਼ਰੂਰ ਕਰੋ। ਕਿਹੜੀਆਂ ਤੁਹਾਡੀਆਂ ਚਰਚਿਤ ਕਹਾਣੀਆਂ ਰਹੀਆਂ ਹੁਣ ਤਾਈਂ? ਮੈਂ ਕਹਾਣੀ ਦੀ ਗੱਲ ਕਰਨ ਤੋਂ ਪਹਿਲਾਂ, ਜੀ ਆਪਣੀ ਕਹਾਣੀ ਦੀ ਵੀ ਗੱਲ ਕਰਨ ਤੋਂ ਪਹਿਲਾਂ, ਜੀ ਸਿੱਧੂ ਸਾਹਿਬ, ਮੈਂ ਬਹੁਤ ਰਿਣੀ ਰਹਿਣਾ ਹੈ। ਮੇਰੇ ਉਸਤਾਦ ਕਹਾਣੀਕਾਰ, ਜੀ ਮੇਰੇ ਭਰਾ ਵੱਡੇ ਮੇਰੇ ਤੋਂ 10 ਵਰੇ, ਮੇਰੇ ਭੂਆ ਦਾ ਪੁੱਤਰ ਸੀ ਭਾਜੀ ਤਲਵਿੰਦਰ ਸਿੰਘ, ਕਹਾਣੀ 'ਚ ਬਹੁਤ ਉੱਭਰਵਾਨ ਨਾਮ ਸੀ। ਜੀ ਜੀ ਬਿਲਕੁਲ। ਉਹਨਾਂ ਦੀਆਂ ਰਾਤ ਚਾਂਦਨੀ ਕਿਤਾਬ, ਹਾਂ ਉਹਨਾਂ ਦੀ ਇੰਨੀ ਮੇਰੀ ਬਾਤ ਵਰਗੀਆਂ ਕਿਤਾਬਾਂ, ਜੀ ਜੀ, ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ, ਜੋਧੇ ਵਰਗਾ ਨਾਵਲ ਪੰਜਾਬ ਦੀ ਸਮੱਸਿਆ ਤੇ, ਜੀ ਜੀ ਉਹ ਬੰਦੇ ਨੇ ਉਂਗਲ ਫੜ ਕੇ ਮੈਨੂੰ ਕਹਾਣੀ ਦੇ ਖੇਤਰ 'ਚ ਲਿਆਂਦਾ। ਬਿਲਕੁਲ। ਮੈਂ ਸਵੇਰੇ ਉੱਠਦਾ ਜਦੋਂ ਮੇਰੇ ਤੁਹਾਡੇ ਵਰਗੇ ਸਿਰਦ ਮਿੱਤਰ ਕਹਾਣੀ ਪੜ੍ਹ ਕੇ ਮੈਨੂੰ ਫੋਨ ਕਰਦੇ ਆ, ਤੇ ਮੈਂ ਸਭ ਤੋਂ ਪਹਿਲਾਂ ਆਪਣੇ ਉਸਤਾਦ ਦਾ ਧੰਨਵਾਦੀ ਹੁੰਦਾ ਕਿ ਉਹਨੇ ਮੈਨੂੰ ਬਹੁਤ ਵੇਲੇ ਸਿਰ ਤੇ ਕਹਾਣੀ ਵਰਗੇ ਖੇਤਰ 'ਚ ਜਿਹੜਾ ਉਹ ਲੈ ਕੇ ਆਉਂਦਾ। ਜੀ ਮੈਂ ਕਹਾਣੀ ਮਿੰਨੀ ਨਹੀਂ ਲਿਖਦਾ। ਜੀ ਮਿੰਨੀ ਕਹਾਣੀ ਬਹੁਤ ਪ੍ਰਚਲਿਤ ਹੈ, ਕੋਈ ਸ਼ੱਕ ਨਹੀਂ, ਜੀ ਜੀ ਬਹੁਤ ਚੰਗੀ ਕਹਾਣੀ ਲਿਖੀ ਜਾ ਰਹੀ ਹੈ, ਜੀ ਪਰ ਮੈਨੂੰ ਐਂ ਲੱਗਦਾ ਹੈ ਕਿ ਜਿਹੜੀ ਕਹਾਣੀ ਮੂਲ ਰੂਪ ਦੇ ਵਿੱਚ ਕਹਾਣੀ ਹੈ, ਉਹ ਇਹੀ ਕਹਾਣੀਆਂ ਜਿਹਨੂੰ ਆਪਾਂ ਹੁਨਰੀ ਕਹਾਣੀ ਕਹਿੰਦੇ, ਜੀ ਜਿਹੜੀ ਬਹੁਤ ਪ੍ਰਚਲਿਤ ਜਿਹੜੀ ਹੈ, ਸਾਡੇ ਵੱਡੇ ਕਹਾਣੀਕਾਰਾਂ ਨੇ ਅੱਜ ਦੀ ਪੀੜ੍ਹੀ ਤੱਕ, 5ਵੀਂ ਪੀੜ੍ਹੀ ਦੇ ਕਹਾਣੀਕਾਰ ਜਿਹਨੂੰ ਸਿਰਜ ਰਹੇ ਆ, ਇਹਦੇ ਤੱਕ ਲੈ ਕੇ ਆਂਦੀ। ਜੀ ਜੀ
ਮੇਰੀਆਂ ਕਹਾਣੀਆਂ ਭੌਤਿਕ ਤੌਰ ਦੇ ਉੱਤੇ ਜੇ ਮੈਂ ਬਹੁਤ ਸਾਰੀਆਂ ਕਹਾਣੀਆਂ ਨੂੰ ਇਕੱਠੀਆਂ ਕਰੀਏ ਤੇ ਜ਼ਿਆਦਾ ਗਿਣਤੀ ਜੀ ਮੇਰੀ ਹਰ ਕਹਾਣੀ 'ਚ ਪਤਾ ਨਹੀਂ ਕਿਉਂ ਜੀ ਇੱਕ 10 ਸਾਲ ਤੋਂ ਲੈ ਕੇ ਤੇ 15 ਸਾਲ ਦੇ ਵਿਚਕਾਰ ਦਾ ਬੱਚਾ ਪਾਤਰ ਜ਼ਰੂਰ ਆਉਂਦਾ ਹੈ। ਜੀ ਜੀ ਉਹ ਚਾਹੇ ਆਪਣੀ ਮਾਂ ਦੀ ਗੱਲ ਕਰੇ, ਜੀ ਚਾਹੇ ਆਪਣੇ ਬਾਪ ਦੀ ਗੱਲ ਕਰੇ, ਜੀ ਚਾਹੇ ਉਹ ਆਪਣੇ ਸਮਾਜ ਦੀ ਗੱਲ ਕਰੇ, ਜੀ ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਗੱਲ ਮੈਂ ਆਪਣੀ ਕਹਾਣੀ ਦੇ ਮਾਧਿਅਮ ਦੇ ਰਾਹੀਂ ਇਸ ਸਾਹਿਤਕ ਵੰਨਗੀ ਤੋਂ ਕਹਿਣੀ ਚਾਹੁੰਦਾ ਹੈ, ਜੀ ਉਹ ਜਿਹੜਾ ਮੇਰਾ ਬੱਚਾ ਪਾਤਰ ਹੈ, ਇਹਦੇ ਨਾਲੋਂ ਵਧੀਆ ਗੱਲ ਜਿਹੜੀ ਹੈ ਹੋਰ ਕਿਤੇ ਨਹੀਂ ਹੋ ਸਕਦੀ। ਨਹੀਂ ਹੋ ਸਕਦੀ। ਮੇਰੀਆਂ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਉਹਦੇ ਚ ਬੱਚਾ ਪਾਤਰ ਬੱਚਾ ਜਿਹੜਾ ਪਾਤਰ ਉਹ ਪਤਾ ਨਹੀਂ ਕਿਉਂ ਸੁੱਤੇ ਸਿੱਧ ਜਿਹੜਾ ਉਹ ਉਹਦੇ ਚ ਆ ਜਾਂਦਾ। ਬਹੁਤੀਆਂ ਗੱਲਾਂ ਬੱਚੇ ਦੇ ਉਸ ਬੱਚੇ ਦੇ ਪਾਤਰ ਰਾਹੀਂ ਜ਼ਰੀਏ ਆ ਜਾਂਦੀਆਂ। ਮੈਂ ਕਹਾਉਣਾ ਕਹਾਉਣੀਆਂ। ਠੀਕ। ਉਹਦੇ ਜੇ ਮੈਨੂੰ ਇਹ ਵੀ ਕੋਈ ਪੁੱਛੇ ਵੀ ਇਹਦਾ ਕਾਰਨ ਕੀ ਹੈ। ਜੀ ਦੇਖੋ ਜਦੋਂ ਆਪਾਂ ਬਚਪਨ ਬਤਾਉਂਦੇ ਆ ਬਹੁਤ ਸਾਰੀਆਂ ਉਹ ਗੱਲਾਂ ਜਦੋਂ ਸਾਡੇ ਲਾਗੇ ਬੱਚਾ ਬੈਠਾ ਹੁੰਦਾ ਹੈ ਤੇ ਅਸੀਂ ਵੱਡੇ ਲੋਕ ਇਹ ਸਮਝ ਕੇ ਕਿ ਇਹ ਬੱਚਾ ਹੈ, ਇਹਨੂੰ ਇਹਨਾਂ ਗੱਲਾਂ ਦੇ ਅਰਥਾਂ ਦਾ ਪਤਾ ਨਹੀਂ, ਇਹ ਸਮਝਦੇ ਅਸੀਂ ਬਹੁਤ ਸਾਰੀਆਂ ਉਹ ਗੱਲਾਂ ਵੀ ਉਹਦੇ ਲਾਗੇ ਬੈਠ ਕੇ ਕਰਦੇ ਆ ਉਹਨੂੰ ਬੱਚਾ ਸਮਝ ਕੇ, ਪਰ ਇਹ ਭੁੱਲ ਜਾਂਦੇ ਆ ਕਿ ਜਦੋਂ ਇਹ ਬੱਚੇ ਨੇ ਵੱਡੇ ਹੋਣਾ ਇਹਨਾਂ ਗੱਲਾਂ ਦੇ ਅਰਥ ਇਹਨੂੰ ਆਪਣੇ ਆਪ ਆ ਜਾਣੇ। ਆਪਣੇ ਆਪ ਆ ਜਾਣੇ। ਬਿਲਕੁਲ। ਮੈਂ ਜਦੋਂ ਬਹੁਤ ਛੋਟਾ 10ਵੀਂ ਕਰਨ ਤੋਂ ਬਾਅਦ ਘਰ 'ਚ ਬਹੁਤ ਤੰਗੀ ਤੁਰਸ਼ੀ ਤੇ ਸਾਡਾ ਬਾਪ ਸ਼ਹਿਰ 'ਚ ਉਹਨੇ ਦਿਹਾੜੀ ਲਾਉਣ ਜਾਣਾ, ਰਾਤ ਨੂੰ ਗੁਜ਼ਾਰੇ ਜੋਗੇ ਜਿਹੜੇ ਦਿਹਾੜੀ ਲਾ ਕੇ ਪੈਸੇ ਲਿਆਉਣੇ, ਕੋਈ ਤਾਂ ਸੌਦਾ ਪੱਤਾ ਲਿਆਉਣਾ, ਤੇ ਬਹੁਤੀ ਵਾਰੀ ਸਾਡਾ ਰਾਤ ਵਾਲਾ ਚੁੱਲ੍ਹਾ ਉਹਨੂੰ ਉਡੀਕ ਕੇ ਫੇਰ ਬਲਦਾ ਸੀ। ਕਈ ਵਾਰੀ ਅਸੀਂ ਇਹ ਸੋਚਣਾ ਸੀ ਭਰਾਵਾਂ ਨੇ ਬੈਠਿਆ ਮੰਜੀ ਦੇ ਉੱਤੇ, ਗਰਮੀਆਂ ਦੇ ਦਿਨ ਹੋਣੇ, ਉਹ ਚੰਦਰਮਾ ਬੱਦਲਾਂ ਦੇ ਉੱਲੇ ਉੱਲੇ ਨੱਠੇ ਜਾਂਦੇ ਹੋਣਾ, ਉਹਨੇ ਅਸਮਾਨ 'ਚ ਤਾਰੇ ਚੜ੍ਹ ਹੋਣੇ, ਮਾਂ ਅਸੀਂ ਵੇਖਣਾ ਚੁੱਲ੍ਹੇ ਅੱਗ ਨਹੀਂ ਬਾਲ ਰਹੀ, ਉਹ ਸਾਨੂੰ ਗੱਲਾਂ 'ਚ ਉਲਝਾ ਰਹੀ ਹੈ। ਉਹਨੇ ਕਿਸੇ ਦਾ ਨਾਂ ਲੈ ਕੇ ਵੇਖਣਾ, ਕਹਿਣਾ ਚੱਲ ਵੀ ਤੂੰ ਤਾਰੇ ਗਿਣ, ਤੇਰੇ ਸਿਰ ਤੇ ਤਾਰੇ ਕਿੰਨੇ ਆ, ਕਿਸੇ ਨੂੰ ਕੋਈ ਕੰਮੇ ਲਾਉਣਾ, ਉਲਝਾ ਕੇ ਕਿਉਂ ਰੱਖਦੀ ਹੈ। ਉਧਰੋਂ ਬਾਪ ਦੇ ਸਾਈਕਲ ਦੀ ਆਵਾਜ਼ ਆਉਣੀ, ਉਹਨੇ ਤੁਰੰਤ ਹਰਕਤ 'ਚ ਆਉਣਾ, ਝੋਲਾ ਲਾਉਣਾ, ਅੱਗ ਬਾਲਣੀ ਤੇ 15-20 ਮਿੰਟ ਦੇ ਵਿੱਚ ਖਾਣਾ ਪਾਣੀ ਕੇ ਤੁਹਾਡੇ ਹਵਾਲੇ ਕਰ ਦੇਣਾ। ਕਈ ਵਾਰੀ ਇੰਝ ਵੀ ਹੋਣਾ ਕਿ ਕਿਸੇ ਫੇਰੀ ਵਾਲੇ ਕੋਲ ਉਹਨੇ ਉਧਾਰ ਸੁਧਾਰ ਲਿਆ, ਉਹ ਬਾਹਰ ਉਹਦੀ ਆਵਾਜ਼ ਸੁਣਾਈ ਦਿੱਤੀ ਹੈ, ਪਤਾ ਨਹੀਂ ਕਿਉਂ ਪਿਛਲੇ ਕੋਠੜੀ 'ਚ ਵੜ ਕੇ ਉਹਨੇ ਕਹਿਣਾ ਕਿ ਕਹਿ ਦਿਓ ਬੀਬੀ ਘਰ ਨਹੀਂ ਹੈ। ਜੀ ਅੱਜ ਮੈਂ ਸੋਚਦਾ ਹਾਂ ਕਿ ਜਿਹੜੀਆਂ ਤੁਹਾਡੀਆਂ ਪਰਿਵਾਰਕ ਲੋੜਾਂ ਤੇ ਥੋੜਾਂ ਨੇ, ਜਿਹੜਾ ਮਨੁੱਖ ਜ਼ਿੰਦਗੀ ਭਰ ਜੂਝ ਕੇ ਪੂਰੀਆਂ ਕਰਦਾ ਹੈ, ਜੀ ਆਪਣੇ ਬੱਚੇ ਲਈ ਕਿਸ ਕਿਸਮ ਦੇ ਉੱਲੇ ਰੱਖਦਾ ਹੈ, ਬਿਲਕੁਲ, ਕਿਸ ਕਿਸਮ ਦੇ ਝੂਠ ਤੇ ਨਾਟਕ ਕਰਦਾ ਹੈ। ਜੀ ਬਿਲਕੁਲ। ਪਰ ਮੈਂ ਇਸ ਗੱਲ ਲਈ ਕਿ ਨੂੰ ਆਪਣੇ ਮਾਂ-ਬਾਪ ਦੀ ਉਹਨਾਂ ਵੇਲਿਆਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਰਿਣੀ 'ਚ ਰਹਿਣਾ ਚਾਹੀਦਾ। ਉਹ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਬੱਚੇ ਇਸ ਕਹਾਣੀ ਦੇ ਜ਼ਰੀਏ ਕੋਈ ਪਾਤਰ ਕਿਸੇ ਨਾ ਕਿਸੇ ਰੂਪ 'ਚ ਆਣ ਕੇ ਆਪਣੀ ਮਾਂ ਦੇ ਉਹ ਦਿਨ, ਆਪਣੇ ਬਾਪ ਦੀ ਉਹ ਕਮਾਈ ਦੇ ਦਿਨ ਜਿਹੜੀ ਵੀ ਹੈ ਉਹ ਆਪਣੇ ਜ਼ੁਬਾਨੀ ਪੇਸ਼ ਕਰੇ ਕਿ ਇਸ ਤਰ੍ਹਾਂ ਦਾ ਵੇਲਾ ਜਿਹੜਾ ਉਹ ਬਣੇ। ਜੀ ਜੀ। ਇੱਕ ਕਿਤਾਬ ਮੈਂ ਦਿਖਾਉਣੀ ਚਾਹੁੰਦਾ ਹੈਗਾ, ਧੁੱਪ, ਛਾਂ ਤੇ ਰੁੱਖ, ਜਿਹੜੀ ਇਹ ਕਿਤਾਬ ਤੁਸੀਂ ਦੇਖ ਰਹੇ ਹੋ, ਇਹ ਦੀਪ ਦਵਿੰਦਰ ਸਿੰਘ ਹੋਰਾਂ ਦੀ ਆ, ਮੇਰੇ ਤੱਕ ਪੁੱਜੀ ਹੈਗੀ ਆ, ਤੇ ਇਹਦੇ ਵਿਚਲੀਆਂ ਕਹਾਣੀਆਂ ਮੈਂ ਪੜ੍ਹੂੰਗਾ ਵੀ, ਬਾਅਦ 'ਚ ਦੇਖਾਂਗੇ। ਤੇ ਕਿੰਨੀਆਂ ਕਿਤਾਬਾਂ ਹੁਣ ਤੱਕ ਛਪ ਚੁੱਕੀਆਂ ਤੇ ਚਰਚਿਤ ਕਹਾਣੀਆਂ ਦਾ ਜ਼ਰੂਰ ਜ਼ਿਕਰ ਕਰੋ ਸਾਡੇ ਨਾਲ। ਇਹ ਮੇਰੀ ਪਲੇਠੀ ਕਥਾ ਪੁਸਤਕ ਹੈ ਜੀ ਜੀ। 2014 ਦੇ ਵਿੱਚ ਇਹ ਕਿਤਾਬ ਮੈਂ ਲਿਖੀ ਸੀ, ਉਦੋਂ ਆਈ। ਉਸ ਤੋਂ ਬਾਅਦ ਮੇਰੀ ਅਗਲੀ ਕਿਤਾਬ ਜਿਹੜੀ ਆ ਉਹ ਤਰਕਾਲ ਸੰਧਿਆ, ਅੱਛਾ, ਮਹੀਨੇ ਖੰਡ ਦੇ ਵਿੱਚ ਦਰਸ਼ਕਾਂ ਦੇ ਪਾਠਕਾਂ ਦੇ ਹੱਥਾਂ 'ਚ ਹੋਏਗੀ। ਜੀ ਜੀ। ਮੈਂ ਸਿੱਧੂ ਸਾਹਿਬ ਜੀ ਇਸ ਗੱਲ ਦਾ ਵੀ ਧਾਰਨੀ ਆ ਕਿ ਬੰਦੇ ਨੂੰ ਛਪਣ 'ਚ ਤੇ ਲਿਖਣ ਵੇਲੇ ਜੀ ਬਹੁਤੀ ਕਾਹਲ ਨਹੀਂ ਕਰਨੀ ਚਾਹੀਦੀ। ਠੀਕ। ਤੁਹਾਡੀ ਪਰਪੱਕਤਾ ਜਿਹੜੀ ਹੈ, ਜੀ ਤੁਹਾਡੀ ਉਹ ਲਿਖਤੀ ਹੈ ਜਿਹੜੀ ਪਰਪੱਕ ਹੋ ਕੇ ਲੋਕਾਂ 'ਚ ਗਈ ਹੈ, ਉਹ ਤਾਂ ਚਾਹੇ ਇੱਕ ਕਹਾਣੀ ਹੈ ਚਾਹੇ 10 ਕਹਾਣੀਆਂ ਨੇ, ਉਹਨਾਂ ਨੇ ਜੇ ਪਰਪੱਕ ਹੈ ਉਹਨਾਂ ਨੇ ਇਹ ਬਹੁਤ ਤੁਹਾਡਾ ਨਾਮ ਥਾਮ ਉਸ ਕਹਾਣੀ ਦੇ ਨਾਲ ਬਣ ਜਾਣਾ। ਲੇਕਿਨ ਜੇ ਇਹ 15 ਕਿਤਾਬਾਂ ਦੇ ਕੇ ਵੀ ਅਸੀਂ ਕੱਚੀਆਂ ਕਹਾਣੀਆਂ ਕੋਈ ਨਹੀਂ ਲਿਖੀਆਂ ਤੇ ਉਹਦਾ ਵੀ ਕੋਈ ਬਹੁਤਾ ਅਰਥ ਜਿਹੜਾ ਉਹ ਬਣਨਾ ਨਹੀਂ। ਜੀ ਬਿਲਕੁਲ। ਇਸ ਕਿਤਾਬ ਦੀ ਇੱਕ ਕਹਾਣੀ ਹੈ ਇਹਦੇ ਵਿੱਚ ਜਿਹੜੀ ਹਿੰਦੁਸਤਾਨ ਪਾਕਿਸਤਾਨ ਦੇ ਜਿਹੜੇ ਉਸ ਅਣਕਿਆਸੀ ਵੰਡ ਜਿਹੜੀ ਲੋਕਾਂ ਦੇ ਉੱਤੇ ਥੋਪ ਦਿੱਤੀ ਗਈ, ਬਹੁਤ ਸਾਰੇ ਜਿਹੜਾ ਇੱਥੇ ਇਸ ਖਿੱਤੇ ਨੂੰ ਇੱਕ ਵੱਡਾ ਸੰਤਾਪ 47 ਦਾ ਭੋਗਣਾ ਪਿਆ। ਬੇਸ਼ੱਕ
ਮੇਰਾ ਜਨਮ ਉਹਦੇ ਤੋਂ ਢੇਰ ਚਿਰ ਬਾਅਦ 20 ਵਰੇ ਬਾਅਦ ਜੀ। ਉਸ ਵੱਡੀ ਘਟਨਾ ਤੋਂ ਬਾਅਦ ਦਾ ਜਨਮ ਹੈ। ਮੇਰਾ ਬਾਪ ਕਿਤੇ ਉਹਨਾਂ ਵੇਲਿਆਂ ਦੇ ਵਿੱਚ 10 ਤੋਂ 12 ਕੁ ਸਾਲ ਦੀ ਉਮਰ ਦਾ ਸੀਗਾ। ਮੈਨੂੰ ਇਹ ਵੀ ਪਤਾ ਕਿ ਸਾਡੇ ਪਰਿਵਾਰ ਦਾ ਉਸ ਵੱਡੀ ਘਟਨਾ 'ਚ ਕੋਈ ਇੱਕ ਪੈਸੇ ਦਾ ਨੁਕਸਾਨ ਵੀ ਨਹੀਂ ਹੋਇਆ, ਨਾ ਕਿਸੇ ਜੀਅ ਦੇ ਪੱਖੋਂ ਤੇ ਨਾ ਆਰਥਿਕ ਪੱਖੋਂ। ਜੀ ਜੀ ਪਰ ਜਿਨ੍ਹਾਂ ਵੇਲਿਆਂ ਦੇ ਵਿੱਚ ਦਾਦੀ ਬਾਬੇ ਆਪਣੇ ਬੱਚਿਆਂ ਨੂੰ ਪਰੀ ਦੇਸ਼ ਦੀਆਂ ਕਹਾਣੀਆਂ ਸੁਣਾਉਂਦੇ ਆ, ਲੋਕ ਗੀਤ ਸੁਣਾਉਂਦੇ ਆ, ਉਹਨਾਂ ਵੇਲਿਆਂ 'ਚ ਸਾਨੂੰ ਉਸ ਵੱਡ ਫੱਟ ਦੀਆਂ ਗੱਲਾਂ ਜਿਹੜੀਆਂ ਹਰ ਆਪਣੇ ਰਿਸ਼ਤੇਦਾਰ ਦੇ ਮੂੰਹੋਂ ਸੁਣਨੀਆਂ ਪਈਆਂ ਸੀ ਵੀ ਵੇਲਾ ਉਹ ਇਦਾਂ ਦਾ। ਉਹ ਸੀ ਵੇਲਾ। ਉਹਦੇ 'ਚੋਂ ਇੱਕ ਕਹਾਣੀ, ਇਹਦੇ ਕਿਸ ਕਿਤਾਬ ਦੀ ਵੀ ਕਹਾਣੀ ਹੈ ਜਿਹੜੀ ਬੜੀ ਪਸੰਦ ਕੀਤੀ ਗਈ, ਬੜੀ ਚਰਚਾ 'ਚ ਕਹਾਣੀ ਰਹੀ, ਉਹ ਹੈ ਵੇਲਾ ਕਵੇਲਾ। ਵੇਲਾ ਕਵੇਲਾ। ਸਿੱਧੂ ਸਾਹਿਬ, ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਕਿ ਆਪਾਂ ਖਾਸ ਕਰਕੇ ਲੇਖਕ ਜਦੋਂ ਵੀ ਉਹਨੇ ਕੋਈ ਆਪਣੀ ਪਰਿਵਾਰਕ ਹਵਾਲਾ ਦੇ ਕੇ ਗੱਲ ਲਿਖਣੀ ਹੈ, ਉਹ ਆਪਣੇ ਬਾਪ ਨੂੰ, ਆਪਣੀ ਮਾਂ ਨੂੰ ਜਾਂ ਹੋਰ ਜਿਹੜਾ ਉਹਦਾ ਨੇੜੇ ਦਾ ਰਿਸ਼ਤੇਦਾਰ ਹੈ, ਜਦੋਂ ਆਪਣੀ ਲਿਖਤ 'ਚ ਉਹਨੂੰ ਪੇਸ਼ ਕਰੂਗਾ ਤੇ ਉਹਨੂੰ ਹਮੇਸ਼ਾ ਹੀ ਉਹ ਬੜਾ ਉੱਚ ਪਾਏ ਦਾ, ਬੜਾ ਪ੍ਰੇਰਨਾ ਸਰੋਤ ਇਸ ਕਿਸਮ ਨਾਲ ਪੇਸ਼ ਕਰਾਂਗੇ। ਲੇਕਿਨ ਜਦੋਂ ਦੂਸਰੇ ਬੰਦੇ ਦੀ ਗੱਲ ਕਰਾਂਗੇ ਫਿਰ ਆਪਾਂ ਉਹਨੂੰ ਖਲਨਾਇਕ ਦੇ ਤੌਰ ਤੇ ਪੇਸ਼ ਕਰਾਂਗੇ। ਲੇਕਿਨ ਮੈਂ ਥੋੜਾ ਜਿਹਾ ਇਹਦੇ ਤੋਂ ਹਟ ਕੇ ਗੱਲ ਕੀਤੀ ਹੈ ਕਿ ਇਸ ਵੱਡੀ ਘਟਨਾ 'ਚ ਜਦੋਂ 10 ਲੱਖ ਅਨਿਆਈ ਮੋਤੇ ਲੋਕ ਮਾਰੇ ਗਏ, ਇੰਨੀਆਂ ਧੀਆਂ ਦੀ ਬੇਪਤੀ ਹੋਈ, ਅਰਬਾਂ ਖਰਬਾਂ ਦੀ ਜਿਹੜੀ ਸੰਪਤੀ ਹੈ ਉਹ ਸਾੜ ਕੇ ਸਵਾਹ ਕਰ ਦਿੱਤੀ ਗਈ, ਲੋਕ ਘਰੋਂ ਬੇਘਰ ਹੋ ਗਏ। ਇੱਧਰਲੇ ਪੰਜਾਬ ਦੇ ਵਿੱਚ ਇੱਕ ਸਰਵੇਖਣ ਦੇ ਮੁਤਾਬਕ 860 ਉਹ ਯਤੀਮ ਬੱਚੇ ਨੇ ਜਿਹੜੀਆਂ ਮਾਵਾਂ ਨੂੰ ਬਾਅਦ ਦੇ ਵਿੱਚ ਉਧਰ ਭੇਜ ਦਿੱਤਾ ਗਿਆ, ਤੇ ਉਹ ਬੱਚੇ ਉਮਰ ਭਰ ਲਈ ਮਾਂ ਮਿੱਟਰ ਬਣ ਕੇ ਇੱਧਰ ਰਹਿ ਗਏ। ਇਸ ਸਭ ਕਾਸੇ ਦੀਆਂ ਜਦੋਂ ਗੱਲਾਂ ਕਰਦੇ ਆ, ਉਦੋਂ ਇਹ ਤੇ ਆਪਾਂ ਲਿਖਣ ਵਾਲੇ ਗੱਲ ਕਰਦੇ ਆ ਕਿ ਸਾਡੇ ਪਿਓ ਦਾਦੇ ਨੇ ਬਹੁਤ ਮਦਦ ਕੀਤੀ, ਉਹਨਾਂ ਨੇ ਉਹਨਾਂ ਨੂੰ ਆਪਣੇ ਘਰਾਂ 'ਚ ਸ਼ਰਨ ਦਿੱਤੀ, ਉਹਨਾਂ ਨੇ ਬਾਰਡਰ ਤੀਕਰ ਛੱਡ ਕੇ ਆਏ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜਿਆਂ ਨੂੰ 10 ਲੱਖ ਲੋਕ ਜਿਹੜੇ ਮੌਤ ਦੇ ਘਾਟ ਉਤਰ ਗਏ, ਇੰਨਾ ਨੁਕਸਾਨ ਹੋਇਆ, ਉਹ ਕਿੰਨਾ ਲੋਕਾਂ ਨੇ ਕੀਤਾ, ਉਹ ਕਿਹੜੇ ਲੋਕ ਸੀ, ਉਹ ਵੀ ਸਾਡੇ ਵੱਡੇ। ਇਸ ਕਹਾਣੀ ਵਿੱਚ ਤੁਸੀਂ ਉਸ ਦੁਖਾਂਤ ਨੂੰ ਸਿਰਜਿਆ ਕਿ ਜੇ ਰਾਮ ਚੰਦਰ ਜਾਂ ਹੋਰ ਸਾਡੇ ਨਾਇਕ ਹੈ, ਉਹ ਰਾਵਣ ਵੀ ਸਾਡੇ ਹੀ ਮਾਂ-ਬਾਪ, ਸਾਡੇ ਪਿਓ ਦਾਦੇ ਸੀ। ਮੈਂ ਇਹਦੇ 'ਚ ਆਪਣੇ ਬਾਪ ਨੂੰ ਚਿੱਤਰ ਕੇ ਵੀ ਉਹ ਕਿਸ ਤਰ੍ਹਾਂ ਮੁਸਲਮਾਨ ਔਰਤਾਂ ਦੇ ਉੱਤੇ ਲਲਚਾਈਆਂ ਨਿਗਾਹ ਨਾਲ ਵੇਖ ਰਿਹਾ ਕਿ ਅਸੀਂ ਹੁਣ ਪਿੰਡ ਦਾ ਕੋਈ ਬੰਦਾ ਜਨਾਨੀ ਵੀ ਹੋਣਾ ਨਹੀਂ ਰਹਿਣ ਦੇਣਾ। ਤੇ ਜਦੋਂ ਆਪਣੀਆਂ ਅੱਖਾਂ ਦੇ ਸਾਹਮਣੇ ਉਹਨਾਂ 20-25 ਔਰਤਾਂ ਨੂੰ ਦਰਿਆ ਦੇ ਪੁਲ ਤੋਂ ਛਾਲਾਂ ਮਾਰਦੇ ਵੇਖਦਾ, ਉਹ ਤਰਸ ਨਾਲ ਕਹਿੰਦਾ ਕਿ ਉਹਨਾਂ ਨੇ ਸਾਨੂੰ ਉਂਗਲ ਲਾਉਣ ਦਾ ਵੀ ਮੌਕਾ ਨਾ ਦਿੱਤਾ। ਤੇ ਕਹਾਣੀ ਦਾ ਅੰਤ ਹੈ ਉੱਥੇ ਕਿ ਮੈਨੂੰ ਆਪਣਾ ਪਿਓ ਬਟਾਲੇ ਦੁਸ਼ਹਿਰਾ ਗਰਾਊਂਡ 'ਚ ਬਲਦੇ ਰਾਵਣ ਦੇ ਪੁਤਲਿਆਂ ਵਾਂਗ ਲੱਗਿਆ ਕਿ ਜਿਹੜਾ ਅੱਜ ਬਦੀ ਦਾ ਅੰਤ ਹੋ ਕੇ ਤੇ ਮੇਰਾ ਪਿਓ ਉਧਰ ਮਰਿਆ ਹੋਇਆ ਪਿਆ। ਮੇਰੀ ਕੋਸ਼ਿਸ਼ ਹੈ ਕਿ ਉਹ ਜਿਹੜੇ ਸਾਡੇ ਉਹ ਖਲਨਾਇਕ ਸਾਡੇ ਜਿਹੜੇ ਵੱਡੇ ਵਡੇਰੇ ਆ, ਉਹਨਾਂ ਨੂੰ ਅਸੀਂ ਆਪਣੇ ਤੌਰ ਤੇ ਆਪਣੇ ਬਣਾ ਕੇ ਸਾਡੇ ਪੇਸ਼ ਕਰਨ ਦਾ, ਤੁਹਾਨੂੰ ਦੱਸਣ ਦਾ, ਉਹ ਵੀ ਸਾਡਾ ਹੀ ਫਰਜ਼ ਹੈ। ਕੰਮਾਂ ਕਾਰਾਂ ਦੀ ਮਸਰੂਫੀਅਤ ਕਾਫੀ ਹੁੰਦੀ ਆ, ਆਮ ਅਸੀਂ ਸਾਹਿਤ ਸਭਾਵਾਂ ਦੇ ਵਿੱਚ ਦੇਖਦੇ ਹਾਂ ਦਵਿੰਦਰ ਜੀ ਦੀਆਂ ਤੁਰੇ ਰਹਿੰਦੇ ਆ। ਕਈ ਵਾਰੀ ਅਸੀਂ ਅਖਬਾਰ ਪੜ੍ਹਦੇ ਹਾਂ ਤੇ ਪਤਾ ਲੱਗਦਾ ਕਿ ਅੱਜ ਦਵਿੰਦਰ ਜੀ ਵੀ ਉੱਥੇ ਸ਼ਿਰਕਤ ਕਰ ਰਹੇ ਆ। ਦਵਿੰਦਰ ਜੀ, ਇਹੋ ਜਿਹੀਆਂ ਸਾਹਿਤ ਸਭਾਵਾਂ ਦੇ ਵਿੱਚ ਵੈਸੇ ਤਾਂ ਜਾ ਕੇ ਤੇ ਉਹ ਗੱਲ ਕਹਿੰਦੇ ਆ ਕਿ 14 ਵੀ ਅਸੀਂ ਜਿਹੜੀਆਂ ਹੈਗੀਆਂ ਲਈਆਂ ਹੁੰਦੀਆਂ ਤੇ ਕੁਰਸੀ ਦਾ ਜਿਹੜਾ ਉਹ ਇੱਕ ਜੁੜਾਵ ਹੁੰਦਾ ਕਿ ਉਹਦੇ ਨਾਲ ਲਗਾਵ ਸਾਡਾ ਹੋਇਆ ਪਿਆ। ਕਿਸ ਤਰੀਕੇ ਨਾਲ ਇਹਦੇ ਬਾਵਜੂਦ ਵੀ ਕਹਾਣੀ ਲਿਖਣ ਲਈ ਟਾਈਮ ਕੱਢ ਲੈਂਦੇ? ਸਿੱਧੂ ਸਾਹਿਬ, ਸਾਡੇ ਪੰਜਾਬੀ ਦੇ ਇਨਕਲਾਬੀ ਸ਼ਾਇਰ ਪਾਸ਼ ਹੋਰਾਂ ਨੇ ਇੱਕ ਥਾਂ 'ਤੇ 2 ਲਾਈਨਾਂ ਬੜੀਆਂ ਕਮਾਲ ਦੀਆਂ ਨੇ, ਜਿਹੜੇ ਤੁਹਾਡੇ ਸਵਾਲ ਦੇ ਬੜੇ ਨੇੜੇ ਤੇੜੇ ਨੇ। ਜੀ ਜੀ। ਉਹ ਕਹਿੰਦੇ ਆ ਕਿ ਪੁਲਿਸ ਦੀ ਕੁੱਟ ਇੰਨੀ ਖਤਰਨਾਕ ਨਹੀਂ ਹੁੰਦੀ, ਜੀ, ਕਿਰਤ ਦੀ ਲੁੱਟ ਵੀ ਇੰਨੀ ਖਤਰਨਾਕ ਨਹੀਂ ਹੁੰਦੀ। ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਕੁਝ ਵੇਖ ਕੇ ਵੀ ਠੰਡੀ ਜੱਖ ਹੁੰਦੀ ਹੈ। ਜਿਹੜਾ ਸਾਹਿਤਕਾਰ ਹੈ, ਜਿਹੜਾ ਆਪਣੀ ਮਾਤ ਭਾਸ਼ਾ ਦਾ ਲੇਖਕ ਹੈ, ਜਦੋਂ ਉਹਦੇ ਆਸੇ-ਪਾਸੇ ਉਹਦੀ ਭਾਸ਼ਾ ਲਈ, ਉਹਦੇ ਸੱਭਿਆਚਾਰ ਲਈ, ਉਹਦੇ ਲਿਖਣ 'ਚ, ਬੋਲਣ 'ਚ ਤੇ ਖਾਣ ਦੇ ਵਿੱਚ ਵੱਖ-ਵੱਖ ਕਿਸਮ ਦੀਆਂ ਪਾਬੰਦੀਆਂ ਲੱਗਦੀਆਂ ਨੇ, ਤੇ ਉਹਦੇ ਲਈ ਸਿਰਫ ਕਲਮ ਫੜ ਕੇ ਬੈਠੇ ਰਹਿਣਾ ਹੀ ਉਹਦਾ ਧਰਮ ਨਹੀਂ ਹੈ। ਉਹਦਾ ਧਰਮ ਜਨਤਕ ਤੌਰ ਤੇ ਉੱਤੇ ਵੀ ਉਹਨਾਂ ਵਰਤਾਰਿਆਂ ਦੇ ਵਿਰੋਧ 'ਚ ਖੜੇ ਹੋ ਕੇ ਤੇ ਇੱਕ ਗੱਲ ਕਰਨਾ ਵੀ ਉਹਦਾ ਧਰਮ ਹੈ। ਜੀ ਬਿਲਕੁਲ। ਸਾਹਿਤਕ ਸਭਾਵਾਂ ਨਵੇਂ ਲੇਖਕਾਂ ਦੀ ਲਈ ਪਨੀਰੀ ਵੀ ਹੁੰਦੀਆਂ ਨੇ। ਜੀ ਬਿਲਕੁਲ। ਜਦੋਂ ਸਾਹਿਤ ਸਭਾਵਾਂ 'ਚ ਜਾ ਕੇ ਹੰਡੇ ਲੇਖਕ ਜਿਹੜੇ ਹੈ, ਸਾਡੇ ਵੱਡੇ ਲੇਖਕ ਜਿਹੜੇ ਹੈ, ਉਹ ਸਿਖਾਂਦਰੂਆਂ ਦੇ ਸਾਹਮਣੇ ਗੱਲ ਕਰਦੇ ਨੇ, ਉਹਨਾਂ 'ਚ ਇੱਕ ਹੱਲਾਸ਼ੇਰੀ ਮਿਲਦੀ ਹੈ, ਇੱਕ ਗੱਲ ਕਰਨ ਦਾ ਮਿਲਦਾ, ਤਹਈਆ ਮਿਲਦਾ। ਦੂਜੀ ਗੱਲ, ਜਿਹੜਾ ਹੁਣ ਸਾਡੀ ਭਾਸ਼ਾ ਦੇ ਮਸਲੇ ਨੇ, ਉਹ ਇਹ ਸਾਹਿਤ ਸਭਾਵਾਂ, ਚਾਹੇ ਉਹ ਕੇਂਦਰੀ ਸਭਾ ਹੈ,
ਚਾਹੇ ਉਹ ਸਥਾਨਕ ਸਹਿ ਸਭਾਵਾਂ ਨੇ, ਉਹ ਬਹੁਤ ਸਾਰੇ ਭਾਸ਼ਾਵਾਂ ਦੇ ਮਸਲੇ ਜਿਹੜੀਆਂ ਜਦੋਂ ਵੀ ਕੋਈ ਸਰਕਾਰ ਨਵੀਂ ਬਣਨੀ ਹੁੰਦੀ ਹੈ, ਸਾਰੀਆਂ ਰਾਜਨੀਤਿਕ ਧਿਰਾਂ ਆਉਂਦੀਆਂ ਨੇ, ਬੜੇ ਵੱਖਰੇ ਵੱਖਰੇ ਚੋਣ ਮੈਨੀਫੈਸਟੋ, ਹਰ ਤਰ੍ਹਾਂ ਦੇ ਵਾਅਦੇ ਮਨੁੱਖ ਲਈ ਹੁੰਦੇ ਨੇ, ਪਰ ਕਦੀ ਵੀ ਉਸ ਮੈਨੀਫੈਸਟੋ 'ਚ ਭਾਸ਼ਾ ਦੇ ਵਿਕਾਸ ਲਈ, ਭਾਸ਼ਾ ਦੀ ਬਿਹਤਰੀ ਲਈ ਇੱਕ ਲਾਈਨ ਜਿਹੜੀ ਹੈ ਉਹ ਕਦੀ ਲਿਖੀ ਨਹੀਂ ਹੁੰਦੀ। ਸਹਿ ਸਭਾਵਾਂ 'ਚ ਜਾਣ ਦਾ, ਉੱਥੇ ਕੰਮ ਕਰਨ ਦਾ ਤੇ ਸਾਨੂੰ ਲਿਖਦੇ ਰਹਿਣ ਦਾ, ਜਿਹੜੀ ਉਹ ਵੱਡੀ ਸਾਡੀ ਜਿਹੜੀ ਪ੍ਰੇਰਨਾ ਵਾ, ਉਹ ਸਹਿ ਸਭਾਵਾਂ ਦੀਆਂ ਉਹਨਾਂ ਉੱਚੀਆਂ ਤੇ ਸੁੱਚੀਆਂ ਮੀਟਿੰਗਾਂ ਦੇ ਨਾਲ ਸਾਨੂੰ ਮਿਲਦਾ ਵਾ। ਇਹ ਕਿਤੇ ਰੁਕਾਵਟ ਨਹੀਂ ਬਣਦੀ ਕਿ ਸਹਿ ਸਭਾਵਾਂ 'ਚ ਜਿਹੜੇ ਲੋਕ ਜਾਂਦੇ ਆ ਉਹਨਾਂ ਦੀ ਲਿਖਣ ਕਾਰਜ ਜਿਹੜਾ ਉਹ ਪ੍ਰਭਾਵਿਤ ਹੁੰਦਾ। ਜੇ ਕੋਈ ਕਹਿੰਦਾ ਤਾਂ ਮੈਨੂੰ ਐਂ ਲੱਗਦਾ ਕਿ ਉਹਨੂੰ ਵੈਸੇ ਉਹ ਟਾਈਮ ਪਾਸ ਕਰਨ ਲਈ ਜੋ ਇਹੋ ਜਿਹੀ ਗੱਲ ਕਰ ਰਿਹਾ, ਨਾ ਸਾਡਾ ਕੰਮਕਾਰ, ਨਾ ਸਾਡਾ ਖਾਣ ਪੀਣ, ਤੇ ਨਾ ਹੀ ਸਾਡਾ ਜਿਹੜਾ ਵਾ ਇਸ ਤਰ੍ਹਾਂ ਤੁਰਨ ਫਿਰਨ ਜਿਹੜਾ ਵਾ ਉਹ ਸਾਡਾ ਲਿਖਣ ਕਾਰਜ ਪ੍ਰਭਾਵਿਤ ਕਰਦਾ ਹੈ, ਬਸ਼ਰਤੇ ਇਹ ਕਿ ਲਿਖਣ ਤੋਂ ਪਹਿਲਾਂ ਚੰਗਾ ਜਿਹੜਾ ਪੜ੍ਹਨਾ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ। ਬਿਲਕੁਲ ਕਿਹਾ ਜਾਂਦਾ ਹੈਗਾ ਕਿ ਆਮ ਅਸੀਂ ਗੱਲ ਕਰਦੇ ਹੈਗੇ ਕਿ ਜੇ ਤੁਸੀਂ ਵਧੀਆ ਗਾਇਕ ਬਣਨਾ ਤੇ ਤੁਸੀਂ ਰਿਆਜ਼ ਕਰੋ, ਜੇ ਤੁਸੀਂ ਚੰਗੇ ਲਿਖਾਰੀ ਬਣਨਾ ਹੈਗਾ ਤੇ ਚੰਗੇ ਪਾਠਕ ਬਣੋ, ਤੇ ਜੇ ਚੰਗੇ ਗਾਇਕ ਬਣਨਾ ਹੈਗਾ ਤੇ ਸਰੋਤੇ ਬਣੋ। ਦੀਪ ਜੀ, ਤੁਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਉਹਦੇ ਤੁਸੀਂ ਮੀਤ ਪ੍ਰਧਾਨ ਹੋ, ਤੇ ਪੰਜਾਬੀ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਕੀ ਉਪਰਾਲੇ ਕੀਤੇ ਜਾ ਰਹੇ ਆ? ਬਿਲਕੁਲ ਠੀਕ ਹੈ ਸਿੱਧੂ ਸਾਹਿਬ, ਸਾਡਾ ਜਿਹੜੇ ਲੇਖਕ ਨੇ ਜੀ, ਖਾਸ ਕਰਕੇ ਜਿਹੜੇ ਪੰਜਾਬੀ ਦੇ ਲੇਖਕ ਨੇ ਜੀ ਜੀ, ਆਪਾਂ ਨਿਰੰਤਰ ਇਹ ਗੱਲ ਦੇਖਦੇ ਹਾਂ ਕਿ ਉਹ ਚਾਹੇ ਕੋਈ ਲੇਖ ਲਿਖ ਕੇ ਅਖਬਾਰਾਂ ਦੇ ਰਾਹੀਂ, ਜੀ ਸੋਸ਼ਲ ਮੀਡੀਆ ਦਾ ਬੜਾ ਜ਼ਮਾਨਾ ਵਾ, ਇਹਦੇ 'ਚ ਆਪਣੀ ਗੱਲ ਕਹਿ ਕੇ, ਆਪਣੀਆਂ ਕਿਤਾਬਾਂ ਦੇ ਵਿੱਚ ਕਿਤੇ ਨਾ ਕਿਤੇ ਲਿਖ ਕੇ, ਚਾਹੇ ਆਮ ਧਰਨੇ ਮੁਜ਼ਾਹਰਿਆਂ ਵਰਗਾ ਰਸਤਾ ਜਿਹੜਾ ਵਾ ਉਹ ਅਪਣਾ ਕੇ ਸਮੇਂ-ਸਮੇਂ ਜਿਹੜਾ ਵਾ ਉਹ ਸਰਕਾਰਾਂ ਤੀਕਰ, ਵਕਤ ਦੀਆਂ ਸਰਕਾਰਾਂ ਤੀਕਰ, ਰਾਜਨੀਤਿਕ ਧਿਰਾਂ ਤੀਕਰ ਮੈਮੋਰੰਡਮ ਦੇ ਕੇ, ਯਾਦ ਪੱਤਰ ਦੇ ਕੇ, ਜ਼ਿਲ੍ਹਾ ਪ੍ਰਸ਼ਾਸਨ ਤੀਕਰ ਪਹੁੰਚ ਕਰਕੇ ਇਹ ਚੇਤਾ ਕਰਾਉਂਦੇ ਰਹਿੰਦੇ ਆ, ਭਾਈ ਇਹ ਪੰਜਾਬੀ ਸੂਬਾ ਨਰੋਲ ਭਾਸ਼ਾ ਦੇ ਆਧਾਰ ਤੇ ਬਣਿਆ, ਇਹਦੇ ਲਈ ਕੰਮ ਕਰਨਾ, ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰਨਾ ਸਾਡਾ ਜਿਹੜਾ ਨੈਤਿਕ ਧਰਮ ਹੈ। ਜੀ ਬਿਲਕੁਲ, ਤੁਸੀਂ ਹੈਰਾਨ ਹੋਵੋਗੇ ਕਿਉਂਕਿ ਖਾਸ ਕਰਕੇ ਜਦੋਂ ਆਪਾਂ ਸਿੱਖ ਚੈਨਲ ਦੇ ਮਾਧਿਅਮ ਦੇ ਉੱਤੋਂ ਆਪਾਂ ਦਰਸ਼ਕਾਂ ਦੇ ਨਾਲ ਗੱਲ ਕਰ ਰਹੇ ਹਾਂ। ਜੀ ਦੇਖੋ, ਸਾਡੀ ਗੁਰੂ ਨਗਰੀ ਅੰਮ੍ਰਿਤਸਰ ਹੈ, ਦੁਨੀਆ ਭਰ ਦੇ ਸ਼ਰਧਾਲੂ ਜਿਹੜੇ ਆ ਉਹ ਇੱਥੇ ਨਤਮਸਤਕ ਹੋਣ ਲਈ ਆਉਂਦੇ ਆ। ਜੀ ਮੈਂ ਉਸ ਗੱਲ ਦੱਸਦਿਆਂ ਬਹੁਤ ਹੈਰਾਨਗੀ ਤੇ ਪ੍ਰਗਟ ਕਰਦਾ ਹੁੰਦਾ ਹੈ ਕਿ ਇੱਕ ਦਿਨ ਤੁਹਾਡੇ ਵਰਗੇ ਕਿਸੇ ਮਿੱਤਰ ਦੇ ਨਾਲ ਸਾਡਾ ਸਬੱਬ ਬਣਿਆ ਤੇ ਹਾਲ ਗੇਟ ਤੋਂ ਲੈ ਕੇ ਸ਼ਹੀਦਾਂ ਦੀ ਧਰਤੀ ਜਲ੍ਹਿਆਂਵਾਲੇ ਬਾਗ ਤੀਕਰ ਅਸੀਂ ਸੜਕ 'ਤੇ ਦੋਵੇਂ ਪਾਸੇ ਲੱਗੇ ਦੁਕਾਨਾਂ ਦੇ ਬੋਰਡਾਂ ਦੀ ਗਿਣਤੀ ਕੀਤੀ। ਜੀ 280 ਦੇ ਕਰੀਬ ਬੋਰਡ ਹਾਲ ਗੇਟ ਤੋਂ ਲੈ ਕੇ ਜਲ੍ਹਿਆਂਵਾਲੇ ਬਾਗ ਤੀਕਰ ਦੋਵੇਂ ਪਾਸਾਂ ਦੀਆਂ ਦੁਕਾਨਾਂ 'ਤੇ ਨੇ। ਜੀ ਜਿਹੜੀ ਗੱਲ ਹੈਰਾਨ ਕਰਨ ਵਾਲੀ ਹੈ ਉਹ ਇਹ ਹੈ ਕਿ 280 ਦੇ ਵਿੱਚੋਂ ਕੇਵਲ ਤੇ ਕੇਵਲ 40 ਬੋਰਡ ਸੀ ਜਿਹੜੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਸੀ। ਅੱਛਾ, ਬਾਕੀ ਸਾਰੇ ਦੇ ਸਾਰੇ ਜਿਹੜੇ ਆ ਉਹ ਗੈਰ ਪੰਜਾਬੀ ਭਾਸ਼ਾਈ ਜਿਹੜੇ ਆ ਉਹ ਬੋਰਡ ਸੀ। ਉਹਨਾਂ 40 ਦੇ ਵਿੱਚੋਂ ਵੀ 6 ਬੋਰਡ ਉਹ ਨੇ ਜਿਹੜੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਨੇ। ਅੱਛਾ, 6-7 ਬੋਰਡ ਉਹ ਨੇ ਜਿਹੜੀਆਂ ਵੱਖ-ਵੱਖ ਪੱਗਾਂ ਦੀਆਂ ਦੁਕਾਨਾਂ ਦੇ ਨੇ। 5-7 ਬੋਰਡ ਉਹ ਨੇ ਜਿਹੜੀਆਂ ਵੱਖ-ਵੱਖ ਬੈਂਕਾਂ ਦੇ ਜਿਹੜੇ 3 ਭਾਸ਼ਾਈ ਜਿਨ੍ਹਾਂ ਦੇ ਬੋਰਡ ਹੁੰਦੇ ਨੇ ਉਹ ਨੇ, ਤੇ ਬਾਕੀ ਆਮ ਦੁਕਾਨਾਂ ਦੇ ਬੋਰਡ ਨੇ ਜਿਨ੍ਹਾਂ ਦੇ ਅੰਦਰ ਸੌਦਾ ਲੈਣ ਵਾਲੇ ਗਾਹਕ ਤੇ ਇੱਥੋਂ ਦੇ ਰਿਕਸ਼ਿਆਂ ਵਾਲੇ ਨੇ, ਇੱਥੋਂ ਦੇ ਪੜ੍ਹਨ ਲਿਖਣ ਵਾਲੇ ਨੇ, ਇੱਥੋਂ ਦੇ ਰਹਿਣ ਵਾਲੇ ਲੋਕ ਨੇ। ਲੇਕਿਨ ਜਦੋਂ ਤੁਸੀਂ ਉਹ ਬੋਰਡ ਪੜ੍ਹੋਗੇ ਉਦੋਂ ਸਾਨੂੰ ਐਂ ਲੱਗੂਗਾ ਕਿ ਆਪਾਂ ਪਤਾ ਨਹੀਂ ਕਿਸ ਅੰਗਰੇਜ਼ੀ ਮੁਲਕ ਦੀ ਕਿਹੜੀ ਧਰਤੀ ਤੇ ਫਿਰ ਰਹੇ ਹਾਂ, ਜਾਂ ਕਿੰਨੇ ਕੁ ਵੱਡੀ ਤਾਦਾਦ ਦੇ ਵਿੱਚ ਸਾਡੇ ਕੋਲ ਅੰਗਰੇਜ਼ ਲੋਕ ਆ ਰਹੇ ਆ ਕਿ ਦੁਕਾਨ ਤੋਂ ਕਿਤੇ ਖੁੰਝ ਨਾ ਜਾਣ। ਇਹ ਲੇਖਕ ਦਾ ਮਸਲਾ ਨਹੀਂ ਹੈ। ਜੀ ਜੀ, ਇਹ ਸਾਡੇ ਨਿੱਜੀ ਮਸਲੇ ਨੇ ਭਾਈ। ਜਿਸ ਧਰਤੀ ਤੇ ਰਹਿੰਦੇ ਹੋ, ਜਿੱਥੇ ਗੁਰੂ ਸਾਹਿਬਾਨਾਂ ਨੇ ਬਹੁਤ ਉੱਚ ਪਾਏ ਦੇ ਜਦੋਂ ਬਾਣੀ ਰਚਦੇ ਆ ਤੇ ਇਸ ਭਾਸ਼ਾ 'ਚ ਜਿਹਨੂੰ ਮਾਣ ਦਿੱਤਾ ਗੁਰੂ ਪੀਰਾਂ ਨੇ, ਸ਼ੇਖ ਫਰੀਦ ਸਾਹਿਬ ਵਰਗਿਆਂ ਨੇ, ਸਾਈਂ ਬੁੱਲੇ ਸ਼ਾਹ ਵਰਗਿਆਂ ਨੇ, ਅੰਮ੍ਰਿਤਾ ਪ੍ਰੀਤਮ ਨੇ ਜਿਸ ਭਾਸ਼ਾ 'ਚ ਉਹਨੂੰ ਵਾਰਿਸ ਸ਼ਾਹ ਨੂੰ ਆਵਾਜ਼ ਮਾਰੀ ਹੈ, ਉਹ ਭਾਸ਼ਾ ਕੋਈ ਜਾਲਾਂ ਦੀ ਭਾਸ਼ਾ ਨਹੀਂ ਹੈ, ਕੋਈ ਅਨਪੜ੍ਹਾਂ ਦੀ ਭਾਸ਼ਾ ਨਹੀਂ ਹੈ। ਇਹ ਗੁਰੂਆਂ ਪੀਰਾਂ ਦੀ ਭਾਈ ਭਾਸ਼ਾ ਹੈ, ਜਿਸ ਭਾਸ਼ਾ 'ਚ ਧੰਨ ਗੁਰੂ ਗ੍ਰੰਥ ਸਾਹਿਬ ਪੂਰੀ ਦੁਨੀਆ ਦੇ ਜਿਹੜੀ ਵਿਆਕਰਨ ਨੂੰ ਆਪਣੀ ਬੁੱਕਲ 'ਚ ਲੈਣ ਦੀ ਸਮਰੱਥਾ ਰੱਖਦਾ। ਸਾਨੂੰ ਉਸ ਭਾਸ਼ਾ 'ਤੇ ਮਾਣ ਕਰਨਾ ਚਾਹੀਦਾ। ਜੀ ਜੀ, ਇਸ ਕਰਕੇ ਜਿਹੜੀਆਂ ਸਾਡੀਆਂ ਲੇਖਕ ਸਭਾਵਾਂ ਨੇ ਇਹ ਸਮੇਂ-ਸਮੇਂ ਦੇ ਉੱਤੇ ਇਹ ਆਪਣੀ ਭਾਸ਼ਾ ਦੇ ਲਈ ਨਿਰੰਤਰ ਘੋਲ ਕਰਦੀਆਂ ਨੇ ਤੇ ਆਮ ਲੋਕਾਂ ਨੂੰ ਜੋੜਦੀਆਂ ਨੇ ਵੀ ਭਾਈ ਇਹ ਲੇਖਕ ਇਕੱਲੇ ਦਾ ਮਸਲਾ ਨਹੀਂ ਹੈ, ਇਹ ਤੁਹਾਡਾ ਵੀ ਮਸਲਾ ਵਾ। ਆਉਣ ਵਾਲੀਆਂ ਪੀੜ੍ਹੀਆਂ ਨੇ ਜ਼ਰੂਰ ਤੁਹਾਨੂੰ ਪੁੱਛਣਾ ਹੈ ਕਿ ਜਦੋਂ ਇਹ ਭਾਸ਼ਾ ਮਰ ਰਹੀ ਸੀ ਉਦੋਂ ਤੁਸੀਂ ਲੋਕ ਕੀ ਕਰ ਰਹੇ ਸੀ, ਤੁਹਾਡਾ ਕੀ ਰੋਲ ਸੀਗਾ ਉਦੋਂ। ਇਹ ਕਰਕੇ ਮੇਰੀ ਸਾਰਿਆਂ ਲਈ ਇਸ ਚੈਨਲ ਦੇ ਮਾਧਿਅਮ ਤੋਂ
ਖਾਸ ਕਰਕੇ ਜਦੋਂ ਸਿੱਧੂ ਸਾਹਿਬ ਵਰਗੇ ਉਹ ਸਾਹਿਤ ਨਾਲ ਜੁੜੇ, ਭਾਸ਼ਾ ਨਾਲ ਜੁੜੇ ਵਰਗੇ ਬੰਦਿਆਂ ਦੇ ਰਾਹੀਂ ਆਪਾਂ ਬੈਠ ਕੇ ਜਦੋਂ ਗੱਲ ਕਰਨੇ ਆ, ਤੇ ਮੈਂ ਇਹ ਬੇਨਤੀ ਜ਼ਰੂਰ ਕਰੂੰਗਾ ਭਾਈ, ਇੱਕ ਪੰਜਾਬੀ ਦਾ, ਇੱਕ ਉਸ ਉੱਚੀ ਤੇ ਸੁੱਚੀ ਮਾਂ ਬੋਲੀ ਦਾ ਇੱਕ ਲੇਖਕ ਹੋਣ ਦੇ ਨਾਤੇ, ਕਿ ਸਾਨੂੰ ਇਹ ਤੋਂ ਪਹਿਲਾਂ ਕਿ ਸਾਨੂੰ ਆਪਣੀ ਮਾਤ ਭਾਸ਼ਾ ਤੋਂ ਕੋਈ ਮਾਂ ਮਿੱਟਰ ਹੋਣ ਦਾ ਮਿਹਣਾ ਮਾਰੇ, ਸਾਨੂੰ ਜਾਗ ਜਾਣਾ ਚਾਹੀਦਾ। ਲੇਖਕ ਸੁਭਾਵਾਂ ਦਾ ਇਕੱਲਾ ਮਸਲਾ ਨਹੀਂ ਹੈ, ਇਕੱਲੇ ਲੇਖਕ ਦਾ ਮਸਲਾ ਨਹੀਂ ਹੈ। ਸਾਡੇ ਹਰ ਇੱਥੋਂ ਦੇ ਉਹ ਰਹਿਣ ਵਾਲੇ, ਜਿਹੜਾ ਇਸ ਜ਼ਮੀਨ ਦਾ ਪਾਣੀ ਪੀਂਦਾ, ਜਿਹੜਾ ਇਸ ਜ਼ਮੀਨ ਦੀ ਉੱਗੀ ਫਸਲ ਦਾ ਖਾਣਾ ਖਾਂਦਾ, ਤੇ ਜਿਹੜਾ ਇਸ ਜ਼ਮੀਨ ਦੀ ਆਬੋ ਹਵਾ 'ਚ ਸਾਹ ਲੈਂਦਾ, ਉਹ ਉਹਦਾ ਹੀ ਮਸਲਾ ਵਾ ਕਿ ਇਹ ਜ਼ੁਬਾਨ ਜਿਹੜੀ ਸਾਡੀ ਗੁਰੂਆਂ ਪੀਰਾਂ ਦੇ ਸਾਨੂੰ ਬਖਸ਼ਿਸ਼ ਕੀਤੀ ਆ, ਇਹਦੇ ਪ੍ਰਚਾਰ ਲਈ, ਇਹਦੇ ਪਸਾਰ ਲਈ, ਇਹਦੇ ਉਦਮ ਲਈ ਲੇਖਕਾਂ ਦੇ ਨਾਲ ਨਾਲ ਆਪਾਂ ਵੀ ਜਿਹੜਾ ਵਾ ਇਹ ਦਿਨ ਰਾਤ ਕੰਮ ਕਰੀਏ। ਜੀ ਬਿਲਕੁਲ। ਤੋ ਸਮਾਂ ਜਿਹੜਾ ਹੈਗਾ ਆ ਉਹ ਵੀ ਸਾਨੂੰ ਇਸ਼ਾਰਾ ਕਰਦਾ ਪਿਆ ਹੈਗਾ, ਤੇ ਅੰਤ 'ਚ ਮੈਂ ਇਹੀ ਗੱਲ ਪੁੱਛਣੀ ਚਾਹੂੰਗਾ ਕਿ ਜਿਹੜੇ ਸਾਡੇ ਨੌਜਵਾਨ ਸਾਹਿਤ ਨਾਲ ਕਿਸ ਤਰੀਕੇ ਨਾਲ ਜੁੜਨ, ਕਿਉਂਕਿ ਨੌਜਵਾਨ ਬਹੁਤ ਟੁੱਟਦੇ ਜਾ ਰਹੇ ਆ, ਬਸ਼ਰਤੇ ਕਿ ਹੁਣ ਅਸੀਂ ਬਹੁਤ ਸਾਰੀਆਂ ਕਿਤਾਬਾਂ ਦੀਆਂ ਜਦੋਂ ਪ੍ਰਦਰਸ਼ਨੀਆਂ ਜਾਂ ਮੇਲੇ ਲੱਗਦੇ ਦੇਖਦੇ ਹਾਂ, ਕਿਤਾਬਾਂ ਖਰੀਦੀਆਂ ਵੀ ਬਹੁਤ ਜਾ ਰਹੀਆਂ, ਪਰ ਉਹ ਰੁਝਾਨ ਜਾਂ ਉਸ ਤਰ੍ਹਾਂ ਦੇ ਜਿਹੜੇ ਲੇਖਕ ਆ ਉਹ ਪੈਦਾ ਨਹੀਂ ਹੋ ਰਹੇ। ਕੀ ਕਹਿਣਾ ਚਾਹੋਗੇ ਆਪ ਜੀ? ਦੇਖੋ ਸਿੱਧੂ ਸਾਹਿਬ, ਆਪਾਂ ਆਪਣੇ ਬੱਚਿਆਂ ਦੀ ਅਗਲੀ ਪੀੜ੍ਹੀ ਦੇ ਉੱਤੇ ਬਹੁਤ ਵਾਰੀ ਨਿਰਾਸ਼ ਇਸ ਗੱਲ ਲਈ ਹੁੰਦੇ ਆ ਕਿ ਉਹ ਕਿਤਾਬਾਂ ਨਾਲ ਨਹੀਂ ਜੁੜਦੇ, ਉਹ ਆਪਣੀ ਭਾਸ਼ਾ ਨਾਲ ਪਿਆਰ ਨਹੀਂ ਕਰਦੇ, ਉਹ ਆਪਣੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਆ, ਉਹ ਪੱਛਮੀ ਸੱਭਿਆਚਾਰ ਨੂੰ ਅਪਣਾ ਰਹੇ ਆ, ਵਗੈਰਾ ਵਗੈਰਾ ਕਈ ਕਿਸਮ ਦੇ ਆਪਾਂ ਹਰ ਰੋਜ਼ ਇਹ ਗੱਲਾਂ ਦੀਆਂ ਚਰਚਾਵਾਂ ਉਹ ਬੱਸ ਸਟੈਂਡ ਤੇ ਬੈਠੇ ਬਜ਼ੁਰਗ ਵੀ ਕਰਦੇ ਆ, ਉਹ ਰੇਲਵੇ ਸਟੇਸ਼ਨ ਤੇ ਉਡੀਕ ਕਰਦੀ ਗੱਡੀ ਦੀ ਵੀ ਬੈਠੇ ਵੀ ਉਹ ਗੱਲ ਕਰਦੇ ਆ, ਚਾਹੇ ਉਹ ਪਾਰਕਾਂ 'ਚ ਸੈਰ ਕਰਦੇ ਆ, ਉਹ ਗੱਲਾਂ ਅਕਸਰ ਸਾਡੇ ਵਿਆਹਾਂ ਸ਼ਾਦੀਆਂ 'ਚ ਦਾ ਵਿਸ਼ਾ ਮੁੱਖ ਵਿਸ਼ਾ ਹੋ ਜਾਂਦਾ। ਪਰ ਮੈਂ ਇਹ ਗੱਲ ਲਈ ਬੱਚਿਆਂ ਨੂੰ ਦੋਸ਼ ਨਹੀਂ ਦਿੰਦਾ। ਸਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਸਾਡੇ ਘਰ ਹੋਰ ਤੇ ਸਾਰਾ ਕੁਝ ਹੈ, ਕਿ ਕਿਤਾਬਾਂ ਵੀ ਪਈਆਂ ਸਾਡੇ ਕਿਸੇ ਅਲਮਾਰੀ ਦੇ ਕਿਸੇ ਕੋਨੇ 'ਚ, ਸਾਡੇ ਟੇਬਲ ਤੇ ਕੋਈ ਚੰਗਾ ਪੰਜਾਬੀ ਦਾ ਅਖਬਾਰ ਵੀ ਪਿਆ, ਕੋਈ ਕਹਾਣੀ ਦੀ, ਕੋਈ ਕਵਿਤਾ ਦੀ ਕਿਤਾਬਾਂ ਆਪਾਂ ਆਪ ਖਰੀਦ ਕੇ ਆਪਣੇ ਘਰ ਕਿੰਨੀਆਂ ਕੁ ਰੱਖਦੇ ਹਾਂ। ਆਪਾਂ ਸੋਸ਼ਲ ਮੀਡੀਆ ਰਾਹੀਂ, ਸਾਡਾ ਬੱਚਾ ਜਿਹੜਾ ਪ੍ਰਾਇਮਰੀ 'ਚ ਜੇ ਪੜ੍ਹ ਰਿਹਾ ਵਾ ਉਹ ਜਿੱਦ ਕਰਦਾ, ਆਪਾਂ ਮੋਬਾਈਲ ਤਾਂ ਉਹਨੂੰ ਜ਼ਰੂਰ ਲੈ ਦਿੰਦੇ ਹਾਂ, ਉਹਨੂੰ ਮਹਿੰਗੀ ਗੱਡੀ ਵੀ ਲੈ ਦਿੰਦੇ ਹਾਂ, ਪਰ ਕਦੀ ਵੀ ਆਪਾਂ ਆਪਣੇ ਪੜ੍ਹਨ ਲਈ ਵੀ ਘਰ 'ਚ ਕਿਤਾਬ ਨਹੀਂ ਰੱਖਦੇ। ਜਿੰਨੇ ਵੀ ਸਾਡੇ ਵੱਡੇ ਲੇਖਕ ਹੋਏ, ਸਭ ਹੋਏ ਆ, ਉਹ ਆਪਣੇ ਘਰਾਂ ਤੋਂ ਜਿਹੜੀਆਂ ਕਿਤਾਬਾਂ ਜਾਂ ਆਪਣੇ ਸਕੂਲਾਂ 'ਚ ਜਿਹੜੀਆਂ ਬਾਲ ਸਭਾਵਾਂ ਲੱਗਦੀਆਂ, ਉਹਨਾਂ ਤੋਂ ਉਤਸ਼ਾਹਿਤ ਹੋ ਕੇ ਹੀ ਉਹਨਾਂ ਨੇ ਜਿਹੜਾ ਸਾਹਿਤ ਨਾਲ ਵੀ ਜੁੜਿਆ ਤੇ ਸਾਹਿਤਕ ਗੱਲਾਂ ਕਰਦੇ ਆ। ਇਹਦੇ ਤੋਂ ਪਹਿਲਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਕਹੀਏ ਕਿ ਇਹ ਤੁਸੀਂ ਸੋਸ਼ਲ ਮੀਡੀਆ ਨਾਲ ਜੁੜ ਗਏ ਹੋ, ਤੁਸੀਂ ਬਹੁਤ ਐਡਵਾਂਸ ਹੋ ਗਏ ਹੋ, ਸਾਨੂੰ ਆਪ ਵੀ ਜਿਹੜਾ ਆਪਣੇ ਬੱਚਿਆਂ ਲਈ ਜਿੱਥੇ ਚੰਗਾ ਖਾਣ ਦਾ ਪ੍ਰਬੰਧ ਆਪਾਂ ਕਰਦੇ ਹਾਂ, ਉਹਨਾਂ ਦੀ ਉੱਚ ਸਿੱਖਿਆ ਦੀ, ਤਾਲੀਮ ਦੀ ਇੰਨੀ ਆਪਾਂ ਚਿੰਤਾ ਕਰਕੇ ਉਹਨਾਂ ਨੂੰ ਤਾਲੀਮ ਦਿਵਾਉਂਦੇ ਹਾਂ, ਉੱਥੋਂ ਜਿਹੜੀਆਂ ਮਾਨਵੀ ਕਦਰਾਂ ਕੀਮਤਾਂ ਨੇ ਉਹ ਕਿਤੇ ਅਸਮਾਨੋਂ ਬਣੀਆਂ ਬਣਾਈਆਂ ਨਹੀਂ ਆਉਣੀਆਂ, ਉਹ ਅਸੀਂ ਆਪਣੇ ਬੱਚਿਆਂ ਨੂੰ ਦੇਣੀਆਂ। ਉਹ ਪੜ੍ਹਨ ਦੀਆਂ ਵੀ ਦੇ ਸਕਦੇ ਹਾਂ, ਉਹ ਆਪਣੀ ਭਾਸ਼ਾ ਨਾਲ ਪਿਆਰ ਕਰਦੀਆਂ ਵੀ ਦੇ ਸਕਦੇ ਹਾਂ, ਤੇ ਉਹ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਰਹਿਣ ਦੀਆਂ ਵੀ ਦੇ ਸਕਦੇ ਹਾਂ। ਇਹ ਸਾਡੇ ਵੀ ਕਿਤੇ ਨਾ ਕਿਤੇ ਫਰਜ਼ ਹੈ। ਜੀ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਚੰਗਾ ਲੱਗਿਆ, ਤੁਸੀਂ ਪ੍ਰੋਗਰਾਮ 'ਚ ਤਸ਼ਰੀਫ ਲੈ ਕੇ ਆਏ। ਸੋ ਇਹ ਸਨ ਜੀ ਸਾਡੇ ਅੱਜ ਦੇ ਸਾਹਿਤ ਦੇ ਅੰਗ ਸੰਗ ਦੇ ਮਹਿਮਾਨ ਦੀਪ ਦਵਿੰਦਰ ਸਿੰਘ, ਜਿਹੜੇ ਕਿ ਪੰਜਾਬੀ ਦੇ ਚਰਚਿਤ ਕਹਾਣੀਕਾਰ ਨੇ। ਕਿਸ ਤਰੀਕੇ ਲੱਗਿਆ ਹੈ ਪ੍ਰੋਗਰਾਮ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ, ਕਹਾਣੀ ਦੇ ਬਾਰੇ ਵਿੱਚ ਉਮੀਦ ਕਰਦੇ ਹਾਂ ਅਗਲੇ ਪ੍ਰੋਗਰਾਮਾਂ 'ਚ ਅਸੀਂ ਉਹਨਾਂ ਨੂੰ ਫੇਰ ਬੁਲਾਵਾਂਗੇ ਔਰ ਖੁੱਲ੍ਹ ਕੇ ਹੋਰ ਕਹਾਣੀਆਂ ਦੇ ਬਾਰੇ ਅਸੀਂ ਚਰਚਾ ਕਰਾਂਗੇ। ਸੋ ਇੱਥੇ ਪ੍ਰੋਗਰਾਮ ਦਾ ਜਿਹੜਾ ਵੇੜਾ ਆ ਉਹ ਮੁੱਕਦਾ ਆ, ਤੇ ਫਿਰ ਕਿਸੇ ਹੋਰ ਸ਼ਖਸੀਅਤ ਨਾਲ ਅਗਲੇ ਪ੍ਰੋਗਰਾਮ 'ਚ ਤੁਹਾਨੂੰ ਰੂਬਰੂ ਕਰਾਵਾਂਗੇ। ਉਦੋਂ ਤੱਕ ਲਈ ਅਸੀਂ ਆਗਿਆ ਚਾਹੁੰਦੇ, ਪਰ ਆਗਿਆ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨੀ ਚਾਹੂੰਗਾ ਸਿੱਖ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ। ਦੋਸਤੋ, ਤੁਸੀਂ ਦੂਰ ਦੁਨੀਆ ਤੱਕ ਇਸ ਚੈਨਲ ਦੇ ਪ੍ਰੋਗਰਾਮ ਦੇਖਦੇ ਹੋ, ਔਰ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵਧੀਆ ਤੋਂ ਵਧੀਆ ਜਿਹੜੇ ਪ੍ਰੋਗਰਾਮ ਹੈਗੇ ਆ ਤੁਹਾਡੇ ਲਈ ਅਸੀਂ ਪੇਸ਼ ਕਰੀਏ। ਪਰ ਨਾਲ ਦੀ ਨਾਲ ਜਿਹੜੀ ਬੇਨਤੀ ਉਹ ਇਹ ਹੈ ਕਿ ਧਰਮ, ਸਾਹਿਤ ਔਰ ਪੰਜਾਬੀ ਮਾਂ ਬੋਲੀ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਇਸ ਚੈਨਲ ਨੂੰ ਤੁਹਾਡੀ ਮਦਦ ਦੀ ਵੀ ਲੋੜ ਹੈ। ਸੋ ਤੁਸੀਂ ਆਪਣੀ ਨੇਕ ਕਮਾਈ ਵਿੱਚੋਂ ਜਿੰਨਾ ਵੀ ਵੱਧ ਤੋਂ ਵੱਧ ਦਸਵੰਧ ਹੋਵੇ ਇਸ ਚੈਨਲ ਦੀ ਮਦਦ ਵਾਸਤੇ ਜ਼ਰੂਰ ਭੇਜਿਆ ਕਰੋ। ਸੋ ਮੈਂ ਆਪਣੀ ਗੱਲ ਨੂੰ ਇੱਥੇ ਹੀ ਵਿਰਾਮ ਦਿੰਦਾ ਹਾਂ, ਤਾਂ ਅਗਲੇ ਹਫਤੇ ਫਿਰ ਕੋਈ ਨਵੇਂ ਪ੍ਰੋਗਰਾਮ ਦੇ ਜ਼ਰੀਏ ਅਸੀਂ ਰੂਬਰੂ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਸਤਿ ਸ਼੍ਰੀ ਅਕਾਲ, ਰੱਬ ਰਾਖਾ।